ਦਾਸ ਵੱਲੋਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਆਪ ਲਗਾਤਾਰਤਾ ਦੇ ਨਾਲ ਇਸ ਪ੍ਰੋਗਰਾਮ ਰਾਹੀਂ ਗੁਰਬਾਣੀ ਤੇ ਗੁਰਬਾਣੀ ਨਾਲ ਸੰਬੰਧਿਤ ਜੋ ਵਿਸ਼ੇ ਮਜ਼ਮੂਨ ਨੇ ਉਹਨਾਂ ਬਾਰੇ ਜਾਣਕਾਰੀ ਹਾਸਲ ਕਰਦੇ ਹੋ। ਗੁਰਬਾਣੀ ਸਾਰੀ ਮਾਨਵਤਾ ਦੀ ਗੱਲ ਕਰਦੀ ਹੈ ਤੇ ਮਾਨਵਤਾ ਦੇ ਜਿਹੜੇ ਕੰਸਰਨਸ ਨੇ, ਜਿਹੜੀਆਂ ਸਾਡੀਆਂ ਲੋੜਾਂ ਨੇ, ਨੀਡਸ ਨੇ, ਉਹ ਸਰਬ ਸਾਂਝੀਆਂ ਨੇ। ਜੇ ਸਾਡੇ ਸਾਰਿਆਂ ਦਾ ਸਰੀਰ ਡਜ਼ਨਟ ਮੈਟਰ ਅਫਰੀਕਨ ਹੈ, ਅਮਰੀਕਨ ਹੈ, ਆਕਸੀਜਨ ਨਾਲ ਚੱਲਦਾ ਆ, ਉਹ ਯੂਰਪੀਅਨ ਨੂੰ ਫੂਡ ਚਾਹੀਦਾ ਹੈ ਖਾਣ ਵਾਸਤੇ, ਉਹ ਕੋਕੇਸ਼ੀਅਨ ਹੈ ਉਸ ਨੂੰ ਰਹਿਣ ਵਾਸਤੇ ਉਹੋ ਜਿਹਾ ਹੈਬੀਟੈਟ ਚਾਹੀਦਾ ਹੈ ਜਿਹਦੇ ਵਿੱਚ ਦਰਖਤ, ਬਿਰਖ, ਬਨਸਪਤੀ, ਫਸਲਾਂ ਸਭ ਚੀਜ਼ਾਂ ਹੋਣ ਉਸ ਰੂਪ ਦੇ ਵਿੱਚ। ਆਰ ਪਰਿਵਾਰ ਦੀਆਂ ਸਾਂਝਾਂ ਸਾਡੀਆਂ ਥੋੜ੍ਹੇ ਬਹੁਤੇ ਬਦਲਵੇਂ ਰੂਪ ਦੇ ਵਿੱਚ ਸਭ ਦੇ ਵਿੱਚ ਮੌਜੂਦ ਨੇ। ਸੋ ਬਾਣੀ ਦਾ ਇਹੀ ਮੈਸੇਜ, ਇਹੀ ਸੰਦੇਸ਼ ਹੈ ਸਾਡੇ ਵਾਸਤੇ। ਡੈਫੀਨੇਟਲੀ ਅਸੀਂ ਡਾਇਰੈਕਟਲੀ ਬਾਣੀ ਦੇ ਉਪਦੇਸ਼ਾਂ ਦੀ ਬਾਤ ਕਰਦੇ ਹਾਂ, ਪਰ ਕਿਉਂਕਿ ਬਾਣੀ ਸਰਬ ਸਾਂਝੀ, ਸਰਬਕਾਲੀ ਅਤੇ ਸਰਬਦੇਸੀ ਹੈ, ਸੋ ਸਾਰੀ ਹੀ ਬਾਤ ਇਹਦੇ 'ਚ ਇਨਕਲੂਡ ਹੋ ਜਾਂਦੀ ਹੈ। ਬੀਤੇ ਐਪੀਸੋਡ ਦੇ ਵਿੱਚ ਸਾਡੇ ਨਾਲ ਵੀਰ ਜੀ ਰਾਜਵਿੰਦਰ ਸਿੰਘ UK ਤੋਂ ਸੀਗੇ, ਜਿਨ੍ਹਾਂ ਦੇ ਨਾਲ ਅਸੀਂ ਮੈਂਟਲ ਹੈਲਥ ਰਿਲੇਟਡ ਬਾਤ ਕਰਦਿਆਂ ਹੋਇਆਂ ਕੁਝ ਹਿਊਮਨ ਬਿਹੇਵੀਅਰ ਦੇ ਉੱਤੇ ਬਹੁਤ ਕਹਿ ਲਓ ਕਿ ਗਹਿਰੇ ਤਲ ਦੇ ਉੱਤੇ ਬਾਤ ਪਾਉਣ ਦੀ ਕੋਸ਼ਿਸ਼ ਕੀਤੀ। ਉਹ ਸਾਰਿਆਂ ਨੂੰ ਆਪਨੇ ਸਰਵਨ ਕੀਤਾ, ਬੜਾ ਧੰਨਵਾਦ, ਦੇਖਿਆ, ਉਹਦੇ ਵਾਸਤੇ ਧੰਨਵਾਦ। ਉਸੇ ਦਾ ਹੀ ਕੰਟੀਨਮ ਅਸੀਂ ਹੁਣ ਲੈ ਕੇ ਹਾਜ਼ਰ ਹੋਏ ਹਾਂ, ਜਿਹਦੇ 'ਚ ਅਸੀਂ ਬਾਤ ਪਾਵਾਂਗੇ ਜਿੱਥੇ ਬੀਤੇ 'ਚ ਅਸੀਂ ਸਮੇਟੀ ਸੀਗੀ ਕਿ ਬਾਬਾ ਜੀ ਨੇ ਸਾਨੂੰ ਸਚਿਆਰ ਹੋਣ ਦੀ ਬਾਤ ਪਾਈ। ਬਾਬਾ ਜੀ ਨੇ ਸਾਨੂੰ ਬੁਝਾਰਤ ਬੁੱਝਣ ਦੀ, ਜ਼ਿੰਦਗੀ ਦੀ ਜਿਹੜੀ ਅਸਲ ਰੰਗਤ ਹੈ ਉਹਨੂੰ ਮਾਨਣ ਦੀ ਬਾਤ ਪਾਈ। ਪਰ ਇਸ ਸਾਰੇ ਦੇ ਦਰਮਿਆਨ ਮਨੁੱਖ ਕਿਸੇ ਹੋਰ ਡਾਇਰੈਕਸ਼ਨ ਦੇ ਵਿੱਚ ਤੁਰ ਪਿਆ। ਸੋ ਇਸ ਸਾਰੇ ਦੇ ਉੱਤੇ ਅਸੀਂ ਬਾਤ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਵੀਰ ਜੀ ਨੂੰ ਜੀ ਆਇਆਂ ਕਹਿੰਦੇ ਹਾਂ। ਵੀਰ ਜੀ, ਗੁਰਬਾਣੀ ਪ੍ਰੋਗਰਾਮ ਵਿੱਚ ਤੁਹਾਨੂੰ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਤੁਹਾਡਾ ਸਮਾਂ ਦੇਣ ਵਾਸਤੇ। ਜੋ ਤੁਸੀਂ ਬੀਤੇ 'ਚ ਬਾਤ ਪਾ ਰਹੇ ਸੀ ਆਪਾਂ ਕਿ ਜਿਹੜੇ ਗੁਣ ਸੀ ਉਹ ਇਨਵਿਜ਼ੀਬਲ ਹੁੰਦੇ ਲੱਗੇ ਗਏ, ਵਿਜ਼ੀਬਲ ਸਾਈਡ 'ਤੇ ਕੁਝ ਹੋਰ ਸਾਡੇ ਕੋਲ ਆਉਣਾ ਸ਼ੁਰੂ ਹੋ ਗਿਆ, ਜਿਹੜੀਆਂ ਵਰਲਡਲੀ ਅਚੀਵਮੈਂਟਸ, ਇਹ ਸਾਰੀ ਦੀ ਬਾਤ ਕੀਤੀ ਜਾਂਦੀ। ਨੋ ਡਾਊਟ ਬਾਣੀ ਦਾ ਸਾਡੇ ਲਈ ਉਪਦੇਸ਼ ਇਹ ਹੈਗਾ ਕਿ ਅਸੀਂ ਭੱਟਾਂ ਦੇ ਸਵਈਏ ਪੜ੍ਹਦੇ ਹਾਂ ਵੀ ਗਾਵੋਂ ਗੁਣ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਨ ਸ਼ਬਦ ਸਰੇ ਗਾਵੈਂ ਗੰਭੀਰ ਧੀਰ ਮਤ ਸਾਗਰ, ਜੋਗੀ ਜੰਗਮ ਧਿਆਨ ਤਰੇ ਗਾਵੈਂ ਇੰਦਰਾਤ ਭਗਤ ਪ੍ਰਹਿਲਾਦਤ, ਆਤਮ ਰਸ ਜਿਨ ਜਾਣਿਓ ਕਬ ਕਲ ਸੁਜਸ ਗਾਵੋਂ, ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ। ਗੁਰੂ ਨਾਨਕ ਸਾਹਿਬ ਨੇ ਰਾਜ ਤੇ ਜੋਗ ਨੂੰ ਇਕੱਠਾ ਕਰ ਦਿੱਤਾ। ਮਤਲਬ ਇਹ ਕਿ ਸੰਸਾਰ ਤੇ ਨਿਰੰਕਾਰ ਇੱਕੋ ਪਲੇਟ 'ਚ ਪਾ ਦਿੱਤਾ, ਦੀਨ ਦੁਨੀਆ ਇੱਕੋ ਥਾਂ ਤੇ ਲੈ ਆਏ ਬਾਬਾ ਜੀ। ਬਾਬਾ ਜੀ ਨੇ ਧਰਮ ਤੇ ਜਿਹੜਾ ਸੰਸਾਰਕ ਕਰਮ ਸੀਗਾ, ਦੋਨਾਂ ਨੂੰ ਇੱਕੋ ਹੀ ਜਗ੍ਹਾ ਤੇ ਉਸ ਰੂਪ ਵਿੱਚ ਪ੍ਰੇਰ ਲਿਆ। ਪਰ ਸਮਹਾਓ ਇੱਕ ਜਿਹੜੀ ਸੰਸਾਰਕ ਜਿਹੜੀ ਵਿਜ਼ੀਬਿਲਿਟੀ ਸਾਡੇ ਸਾਹਮਣੇ ਹੈ, ਉਹ ਸਾਰੇ ਦੀ ਸਾਰੀ ਵਰਲਡਲੀ ਲੈਵਲ ਦੀਆਂ ਅਚੀਵਮੈਂਟਸ ਦੇ ਉੱਤੇ ਫੋਕਸ ਆ, ਇੱਕ ਜਿਹਦੀ ਅਸੀਂ ਰੇਸ ਦੀ ਗੱਲ ਕਰਦੇ ਹੈਗੇ ਆ। ਤੁਸੀਂ ਇਸ ਸਾਰੇ ਨੂੰ ਕਿਵੇਂ ਦੇਖਦੇ ਹੋ? ਪਹਿਲਾਂ ਤਾਂ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗਾ। ਇਹ ਜਿਵੇਂ ਤੁਸੀਂ ਕਿਹਾ ਨਾ, ਰੇਸ ਦੇ ਤੌਰ 'ਤੇ ਹੈਗਾ ਕਿ ਐਕਚੁਅਲੀ ਅਸੀਂ ਉਹ ਨਾ ਆਲਮੋਸਟ ਵੀ ਜਿਵੇਂ ਜਿਮ ਦੇ ਵਿੱਚ ਜਾਈਦਾ, ਟ੍ਰੈਡਮਿਲ ਹੈਗੀ ਹੈ, ਅਸੀਂ ਉਹ 'ਤੇ ਚੜ੍ਹ ਗਏ ਅਤੇ ਉਦੋਂ ਕੋਈ ਸੈੱਟ ਨਹੀਂ ਕੀਤਾ ਕਿ ਉਹਨੇ ਰੁਕਣਾ ਕਦੋਂ ਆ। ਸੋ ਨਾ ਤਾਂ ਟ੍ਰੈਡਮਿਲ ਰੁਕੇਗੀ, ਨਾ ਅਸੀਂ ਰੁਕ ਸਕਦੇ ਹਾਂ, ਕਿਉਂਕਿ ਟ੍ਰੈਡਮਿਲ ਚੱਲੀ ਜਾਂਦੀ ਹੈ ਅਤੇ ਅਸੀਂ ਵੀ ਭੱਜੀ ਜਾਂਦੇ ਹਾਂ ਡਿਫਾਲਟ ਦੇ ਵਿੱਚ, ਉਹ ਜਿਹੜੀ ਨਾ ਉਹ ਬੰਦ ਹੋਏ ਨਾ ਮੈਂ ਰੁਕ ਸਕਾਂ। ਅਤੇ ਜਿਹੜੀ ਇੰਟਰਸਟਿੰਗ ਗੱਲ ਹੋਈ ਸੀ, ਪੈਂਡੈਮਿਕ ਆਈ ਹੈ, ਸਾਰਾ ਵੀ ਬੜਾ ਕਸ਼ਟ ਝੱਲਿਆ ਲੋਕਾਂ ਨੇ ਅਤੇ ਇੰਨੇ ਮੌਤ ਹੋਈ, ਸਭ ਕੁਛ ਹੋਇਆ, ਪਰ ਥੋੜ੍ਹੀ ਦੇਰ ਲਈ ਸੰਸਾਰ ਖੜ੍ਹ ਗਿਆ ਸੀਗਾ। ਲੋਕਾਂ ਦੀਆਂ ਵੀ ਚਾਲ ਖੜ੍ਹ ਗਈ, ਜ਼ਿੰਦਗੀਆਂ ਨਹੀਂ ਖੜ੍ਹੀਆਂ, ਜ਼ਿੰਦਗੀ ਚੱਲਦੀ ਰਹੀ, ਉਮਰ ਵੱਧਦੀ ਰਹੀ, ਪਰ ਉੱਥੇ ਥੋੜ੍ਹੀ ਦੇਰ ਲਈ ਖੜ੍ਹ ਗਏ। ਉਹ ਖੜ੍ਹਨ ਦੇ ਨਾਲ ਇਹ ਧਰਤੀ ਨੂੰ ਸਾਹ ਆਇਆ। ਤੁਸੀਂ ਗੱਲ ਕਰ ਰਹੇ ਸੀਗੇ ਵੀ ਆਪਾਂ ਸਾਰੇ ਖਾਣਾ ਪੀਣਾ ਸਭ ਕੁਛ ਉਹੀ ਆਪਣਾ। ਮੈਨੂੰ ਬਾਬਾ ਕਬੀਰ ਦੀ ਯਾਦ ਆਈ ਜਦੋਂ ਕਹਿੰਦੇ ਨੇ ਕਿ ਇਹ ਬ੍ਰਾਹਮਣ ਜਿਹੜੀ ਹਵਾ ਤੇਰੇ ਦਰ ਤੋਂ ਆਈ ਹੈ, ਉਹ ਮੇਰੇ ਦਰ ਵੀ ਆਉਣੀ ਹੈ। ਸੋ ਵੱਡਾ ਮਹਿਲ ਹੋਵੇ, ਛੋਟਾ ਮਹਿਲ ਹੋਵੇ, ਹਵਾ ਤਾਂ ਇੱਕੋ ਹੀ ਹੈ। ਸੂਰਜ ਦੀਆਂ ਕਿਰਨਾਂ ਜਿਹੜੀਆਂ ਤੇਰੇ ਪੈਂਦੀਆਂ, ਉਹ ਮੇਰੇ ਵੀ ਪੈਣੀਆਂ। ਉਹ ਜਿਹੜੀ ਦੌੜ ਸੀ ਨਾ ਵੀ ਅਸੀਂ ਬਸ ਵੱਡੇ ਤੋਂ ਵੱਡੇ, ਅੱਗੇ ਤੋਂ ਅੱਗੇ ਜਾਣਾ, ਕੱਲਾ ਕਿ ਉਹ ਟ੍ਰੈਡਮਿਲ ਵਾਲੀ ਗੱਲ ਹੋ ਗਈ ਕਿ ਅਸੀਂ ਭੱਜੀ ਜਾ ਰਹੇ ਹਾਂ, ਪਰ ਹਵਾ ਤਾਂ ਉਹੀ ਹੈ। ਉਹੀ ਹਵਾ ਘਟੀ ਜਾ ਰਹੀ ਹੈ ਕਿਉਂਕਿ ਅਸੀਂ ਭੱਜੇ ਜਾ ਰਹੇ ਹਾਂ। ਅਸੀਂ ਸੋਚ ਨਹੀਂ ਰਹੇ ਵੀ ਭੱਜ ਕਿਸ ਲਈ ਰਹੇ ਹਾਂ, ਕਿੱਥੇ ਜਾ ਰਹੇ ਹਾਂ। ਸੋ ਜਿਹੜਾ ਸਟੇਟਸ ਦਾ ਸੀਗਾ ਨਾ ਵੀ ਅਸੀਂ ਉਹ ਜਿਹੜੇ ਗੁਣ ਇਨਵਿਜ਼ੀਬਲ ਕਰ ਦਿੱਤੇ, ਪਰ ਜਿਹੜੀਆਂ ਸਟੇਟਸ ਅਸੀਂ ਵਿਜ਼ੀਬਲ ਕਰ ਦਿੱਤੀਆਂ, ਕਿਉਂਕਿ ਉਹ ਵੱਡਾ ਮਹਿਲ ਦਿਖਦਾ ਜ਼ਰੂਰ ਹੈ, ਪਰ ਅਸੀਂ ਇਹ ਭੁੱਲ ਗਏ ਕਿ ਜਿਹੜਾ ਉਹ 'ਚ ਰਹਿਣ ਵਾਲਾ, ਉਹਦਾ ਮਨ ਕਿੰਨਾ ਕੁ ਵੱਡਾ ਹੈਗਾ, ਕਿੰਨਾ ਕੁ ਛੋਟਾ ਹੈਗਾ। ਕਿਉਂਕਿ ਛੋਟੇ ਘਰ ਆਪਾਂ ਪੜ੍ਹਦੇ ਹਾਂ ਵੀ ਕ੍ਰਿਸ਼ਨ ਸੁਦਾਮੇ ਕੋਲ ਗਿਆ, ਉੱਧਰ ਨਹੀਂ ਗਿਆ ਹੈਗਾ, ਕਿਉਂਕਿ ਘਰ ਵੱਡਾ ਸੀਗਾ।
ਇਹ ਨਹੀਂ ਕਿ ਕੋਈ ਜਗ੍ਹਾ ਬੜੀ ਸੀ, ਪਰ ਘਰ ਵੱਡਾ ਸੀ, ਕੋਈ ਦਿਲ ਵੱਡਾ ਸੀ। ਜਿਹੜਾ ਅਸਲੀ ਘਰ ਸੀ ਉਹ ਬੜਾ ਸੀ। ਅਸੀਂ ਘਰ ਦਾ ਮਤਲਬ ਭੁੱਲ ਗਏ। ਅਸੀਂ ਘਰ ਨੂੰ ਚਾਰ ਦੀਵਾਰੀ ਸਮਝ ਲਿਆ, ਜਿੱਥੇ ਕਿ ਘਰ ਸੀਗਾ ਕਿ ਸਾਡੇ ਅੰਦਰ। ਸੋ ਉਹ ਜਿਹੜੀ ਦੌੜ ਹੋ ਗਈ ਨਾ, ਉਹ ਸਾਰੀ ਬਾਹਰਲੀ ਆ ਗਈ ਕਿ ਘਰ ਵੱਡਾ ਹੋਣਾ ਚਾਹੀਦਾ, ਆਹ ਵੱਡਾ ਹੋਣਾ ਚਾਹੀਦਾ। ਤੁਸੀਂ ਜਿਹੜੀ ਬਾਤ ਕੀਤੀ ਹੈ, ਸੋ ਭਾਓ ਬਿਦਰ ਕੋ ਦੇਖਿਓ ਉਹ ਗਰੀਬ ਮੋਹਿ ਭਾਵ ਹੈ। ਮਤਲਬ ਉਹ ਹਾਲਾਂਕਿ ਸਮਾਜਿਕ ਤੌਰ 'ਤੇ ਉਹ ਗੁਰਬਤ ਦੇ ਵਿੱਚ ਆ, ਪਰ ਉਹਦਾ ਇੱਕ ਜਿਹੜਾ ਰਹਿਣ ਸਹਿਣ ਦਾ ਜਾਂ ਜਿਹੜਾ ਜੀਵਨ ਕਮਾਉਣ ਦਾ ਪਰਿਪੇਖ ਆ, ਗੁਣਾਂ ਦੇ ਪੱਖ ਤੋਂ ਟੋਟਲੀ ਡਿਫਰੈਂਟ ਆ। ਜਿਹੜੀ ਗੱਲ ਆਪਾਂ ਪਹਿਲਾਂ ਕੀਤੀ ਵੀ ਜਿਹੜੀ ਜਿਸ ਤਰੀਕੇ ਦੀ ਵਡਿਆਈ ਨੂੰ ਅਸੀਂ ਲੱਭ ਰਹੇ ਹਾਂ, ਬਾਬਾ ਜੀ ਦੀ ਬਾਣੀ 'ਚ ਅਸੀਂ ਬਚਨ ਪੜ੍ਹਦੇ ਹਾਂ, ਕੌਣ ਵੱਡਾ ਮਾਇਆ ਵਡਿਆਈ। ਜਦੋਂ ਸਰਸਰੀ ਨਜ਼ਰ ਮਾਰੀ ਜਾਂਦੀ, ਬਾਬਾ ਜੀ ਨੇ ਉਸ ਸਮੇਂ ਕਈ ਸੌ ਸਾਲ ਪਹਿਲਾਂ ਬਾਤ ਕੀਤੀ ਕਿ ਬਹਿਰੂਨੀ ਤੌਰ 'ਤੇ ਸਾਨੂੰ ਨਜ਼ਰ ਪੈਂਦਾ ਵੀ ਆਹੀ ਵੱਡਾ ਆ, ਕਿਉਂਕਿ ਘਰ ਵੱਡਾ ਹੈ, ਮਕਾਨ ਵੱਡਾ ਹੈ, ਇਹਦੇ ਕੋਲ ਵੱਡੋਂ ਜ਼ਿਆਦਾ, ਵਡਿਆਈ ਜ਼ਿਆਦਾ। ਲੋਕੀ ਵਡਿਆਉਂਦੇ ਨੇ ਇਸ ਨੂੰ, ਲੋਕੀ ਸਲਾਹੁੰਦੇ ਨੇ, ਲੋਕੀ ਇਹਦੀ ਸਿਫਤ ਸਲਾਹ ਕਰਦੇ ਨੇ, ਇਹਦੀ ਗੱਲ ਕਰਦੇ ਨੇ ਜ਼ਿਆਦਾ, ਕਿਉਂਕਿ ਇਹਦੇ ਕੋਲ ਸਰਮਾਏਦਾਰੀ ਜ਼ਿਆਦਾ ਹੈ। ਬਾਬਾ ਜੀ ਕਹਿੰਦੇ ਕੌਣ ਵੱਡਾ ਮਾਇਆ ਵਡਿਆਈ, ਸੋ ਵੱਡਾ ਜਿਨ ਰਾਮ ਲਿਵ ਲਾਈ। ਇਨ ਰਿਐਲਿਟੀ ਦੇ ਵਿੱਚ ਵੱਡਾ ਉਹ ਜਿਹਦੀ ਲਿਵ ਰਾਮ ਨਾਲ ਲੱਗੀ, ਜਿਹੜਾ ਉਹ ਕਨਸੈਪਟ ਆ। ਇਹ ਜਿਹੜੀ ਮੇਰਾ ਕੁਐਸਚਨ ਇੱਥੇ ਤੁਹਾਡੇ ਨਾਲ ਬਾਤ ਹੋਏਗੀ ਕਿ ਇਹ ਰਾਮ ਲਿਵ ਲਾਈ ਦਾ ਜਿਹੜਾ ਕਨਸੈਪਟ ਆ, ਸਾਨੂੰ ਸਾਰਿਆਂ ਨੂੰ ਕਿਤੇ ਨਾ ਕਿਤੇ ਸਾਡੀ ਕੌਨਸ਼ੀਅਸ ਕਹਿੰਦੀ ਹੈ, ਨਿਰਾ ਵੱਡਾ ਘਰ ਹੋਣ ਨਾਲ ਵਡਿਆਈ ਨਹੀਂ ਮਿਲਦੀ, ਨਿਰੇ ਵੱਡੀ ਕਾਰ ਹੋਣ ਦੇ ਨਾਲ ਬੰਦਾ ਵੱਡਾ ਨਹੀਂ ਹੋ ਜਾਂਦਾ, ਨਿਰੀ ਵੱਡੀ ਪੋਜੀਸ਼ਨ ਹੋਣ ਦੇ ਨਾਲ ਬੰਦਾ ਵੱਡਾ ਨਹੀਂ ਹੋ ਜਾਂਦਾ। ਬੰਦੇ ਕੋਲ ਵੱਡੇ ਹੋਣ ਲਈ ਕੁਝ ਹੋਰ ਵੀ ਚਾਹੀਦਾ। ਕੌਨਸ਼ੀਅਸ ਕਹਿੰਦੀ ਕਿਤੇ ਨਾ ਕਿਤੇ, ਸਾਨੂੰ ਵੀ ਕਹਿੰਦੀ, ਦੂਜੇ ਨੂੰ ਵੀ ਕਹਿੰਦੀ, ਲੋਕ ਗੱਲ ਵੀ ਕਰਦੇ, ਚਰਚਾ ਵੀ ਕਰਦੇ, ਪਰ ਇਨਡੀਡ ਬੰਦਾ ਇਹਨੂੰ ਅਪਲਾਈ ਕਰਨ ਲਈ ਕਿਉਂ ਨਹੀਂ ਤੁਰਦਾ? ਜਿਵੇਂ ਤੁਸੀਂ ਬੋਲ ਸੀ ਨਾ, ਮੈਨੂੰ ਯਾਦ ਆਇਆ ਫਾਈਨੈਂਸ ਇੰਡਸਟਰੀ ਦੇ ਵਿੱਚ ਜਿਹੜੇ ਸਟਾਕ ਬ੍ਰੋਕਰਸ ਹੈਗੇ ਆ, ਸਟਾਕ ਐਕਸਚੇਂਜ 'ਤੇ ਕੰਮ ਕਰਦੇ ਨੇ, ਬਾਏ ਦਾ ਟਾਈਮ ਉਹਨਾਂ ਦੀ ਏਜ 35-40 ਹੁੰਦੀ ਹੈ ਨਾ, ਉਹ ਬਰਨ ਆਊਟ ਹੋ ਜਾਂਦੇ ਨੇ। ਹਾਲਾਂਕਿ ਪੈਸਾ ਬਹੁਤ ਆ ਉਹਨਾਂ ਕੋਲ, ਸਭ ਕੁਛ ਹੈਗਾ, ਫੇਮ ਹੈਗਾ, ਸਟੇਟਸ ਹੈਗਾ, ਪਰ ਜ਼ਿੰਦਗੀ ਨਾ ਰਹੀ। ਉਹ ਦੌੜ ਦੇ ਵਿੱਚ ਉਹਨਾਂ ਨੇ ਐਸਾ ਵੀ, ਕਿਉਂਕਿ ਉਹ ਭੱਜ ਰਹੇ ਨੇ, ਸੁੱਖ ਨਾ ਮਿਲਿਆ। ਉਹ ਤੁਸੀਂ ਉਹਨਾਂ ਗੱਲ ਕੀਤੀ ਹੈ ਵੀ ਮਾਇਆ ਵਡਿਆਈ, ਵੀ ਗੱਲ ਹੈ ਕਿ ਉਹ ਉਸ ਸਮੇਂ ਦੇ ਸਟੇਟਸ ਨੇ, ਪਰ ਲੋਕੀ ਉਹਨਾਂ ਦੀ ਮਾਇਆ ਵੱਲ ਦੇਖ ਰਹੇ ਨੇ। ਉਹ ਵੀ ਆਪਣੀ ਮਾਇਆ ਵੱਲ ਦੇਖ, ਕਿਉਂਕਿ ਜੇ ਬੋਨਸ ਇਹਨੂੰ ਇੰਨਾ ਮਿਲਿਆ ਤਾਂ ਮੈਨੂੰ ਇੰਨਾ ਮਿਲਣਾ ਚਾਹੀਦਾ। ਉਹ ਭੱਜੀ ਜਾ ਰਹੇ ਨੇ ਕਿ ਬੋਨਸ ਜ਼ਿਆਦਾ ਮਿਲਣਾ। ਸੁੱਖ ਦੀ ਗੱਲ ਹੀ ਨਹੀਂ ਹੈਗੀ ਉੱਥੇ, ਨਾ ਉੱਥੇ ਹੈਗਾ ਵੀ ਆਹ ਸੰਤੋਖ ਦੀ ਗੱਲ, ਨਾ ਕੰਟੈਂਟਮੈਂਟ ਹੈਗੀ ਹੈ। ਬਸ ਇਹੀ ਹੈ ਕਿ ਭੱਜੀ ਜਾਣਾ। ਪਰ ਉਹ ਦੌੜ ਐਸੀ ਚੱਲੀ ਹੋਈ ਹੈ ਕਿ ਉਹਦਾ ਅੰਤ ਉਹੀ ਹੈ ਕਿ ਅਖੀਰ ਦੇ ਵਿੱਚ ਜ਼ਿੰਦਗੀ ਤੋਂ ਹਾਰ ਖਾ ਲੈਂਦੇ ਨੇ। ਉਹਨਾਂ 'ਚੋਂ ਬਹੁਤ ਨੇ ਜਿਹੜੇ ਕਿ ਡਰੱਗਸ ਯੂਜ਼ ਕਰਦੇ ਨੇ, ਸਬਸਟੈਂਸ ਮਿਸਯੂਜ਼ ਕਰਦੇ ਨੇ, ਕਹਿੰਦੇ ਆ ਕਿ ਇਹਦੇ ਨਾਲ ਅਸੀਂ ਰਿਲੈਕਸ ਹੋ ਜਾਂਦੇ ਹਾਂ। ਸਬਸਟੈਂਸ ਦੇ ਆਲੇ ਦੁਆਲੇ ਜੋ ਰਿਸਰਚ ਹੈਗੀ ਹੈ, ਕਲੀਅਰ ਕੱਟ ਨਹੀਂ ਹੈਗੀ, ਪਰ ਹੈਗੀ ਹੈ ਕਿ ਹਾਂ ਇਹ ਐਕਚੁਅਲੀ ਮੈਂਟਲੀ ਤੁਹਾਨੂੰ ਅਫੈਕਟ ਕਰਦੀ ਹੈ। ਅਤੇ ਮੈਂਟਲ ਜਿਹੜੀਆਂ ਹੈਗੀਆਂ ਕਹਿ ਲਓ ਡਾਇਗਨੋਸਿਸ, ਸਕਿਜ਼ੋਫਰੀਨੀਆ ਹੋ ਗਿਆ, ਹੋਰ ਇਹੋ ਜਿਹੀਆਂ ਚੀਜ਼ਾਂ, ਇਹ ਰੀਅਲ ਨੇ ਕਿ ਸਕਿਜ਼ੋਫਰੀਨੀਆ ਹੋ ਜਾਂਦਾ, ਕਿ ਤੁਹਾਨੂੰ ਮੈਂਟਲੀ ਤੁਸੀਂ ਡਿਸਟਰਬ ਹੋ ਜਾਂਦੇ ਹੋ। ਪਰ ਉਹ ਕਿਉਂਕਿ ਉਹ ਕਹਿੰਦੇ ਕਿ ਅਸੀਂ ਐਜ਼ ਅ ਲੈਜਰ ਵੀ ਲਾਈਫ ਸਟਾਈਲ ਚੋਇਸ ਆ। ਸੋ ਉਹ ਲਾਈਫ ਸਟਾਈਲ ਚੋਇਸ ਵੀ ਹੋ ਜਾਂਦੀ ਹੈ ਕਿ ਹਾਂ ਇੱਧਰੋਂ ਮੈਂ ਭੱਜ ਕੇ ਥੱਕ ਗਿਆ, ਸੋ ਮੈਂ ਲਾਈਫ ਸਟਾਈਲ ਚੋਇਸ ਕੀ ਬਣਾਈ ਹੈ ਕਿ ਮੈਂ ਸਬਸਟੈਂਸ ਯੂਜ਼ ਕਰ ਲਿਆ ਤਾਂ ਕਿ ਮੈਂ ਥੋੜ੍ਹੀ ਦੇਰ ਲਈ ਰੁਕ ਜਾਵਾਂ। ਉਹ ਜਿਹੜੀ ਰਿਫਲੈਕਸ਼ਨ ਆਉਣੀ ਸੀ ਨਾ, ਰਿਫਲੈਕਸ਼ਨ ਨਾ ਆਈ ਕਿ ਮੈਂ ਰੁਕਣਾ ਕਿਉਂ ਚਾਹੁੰਦਾ, ਉਹਦੀ ਜਗ੍ਹਾ ਇੱਕ ਹੋਰ ਕੰਜ਼ਿਊਮਰ ਕਰ ਲਿਆ, ਇੱਕ ਹੋਰ ਚੀਜ਼ ਕੰਜ਼ਿਊਮ ਕਰ ਲਈ, ਕਿਉਂਕਿ ਪੈਸਾ ਸੀਗਾ, ਮਾਇਆ ਸੀਗੀ। ਸੋ ਮਾਇਆ ਜਿਹੜਾ ਹੈਗਾ, ਪਰ ਮਾਇਆ ਮੈਨੂੰ ਪਤਾ ਕਿ ਇਕੱਲਾ ਪੈਸਾ ਨਹੀਂ ਹੈਗਾ, ਮਾਇਆ ਇਜ਼ ਦੁਨੀਆ ਸਾਡੇ ਆਲੇ ਦੁਆਲੇ ਹੈ। ਪਰ ਉਹ ਜਿਹੜਾ ਪੈਸੇ ਦਾ ਸੀਗਾ ਨਸ਼ਾ, ਉਹ ਨਸ਼ੇ ਨੇ ਇੱਕ ਹੋਰ ਨਸ਼ਾ ਸ਼ੁਰੂ ਕਰ ਦਿੱਤਾ। ਉਹ ਜਿਹੜਾ ਵਿੱਚ ਹੋਣਾ ਚਾਹੀਦਾ ਸੀਗਾ ਕਿ ਹਾਂ ਮੈਂ ਰੁਕ ਕੇ ਦੇਖਾਂ ਤਾਂ ਸਹੀ ਮੈਂ ਕਿਸ ਲਈ ਕਮਾ ਰਿਹਾ। ਆਪਾਂ ਉਹ ਵਾਲਮੀਕੀ ਦੀ ਕਹਾਣੀ ਸੁਣੀ ਦੀ ਹੈ ਬਹੁਤ ਵਾਰੀ, ਅਤੇ ਵੀ ਹਾਂ ਭਾਈ ਮੈਂ ਤੁਹਾਡੇ ਲਈ ਕਮਾ ਰਿਹਾ। ਕਹਿੰਦੇ ਪਰ ਸਾਨੂੰ ਤਾਂ ਕੋਈ ਫਰਕ ਨਹੀਂ ਪੈਂਦਾ, ਸਾਨੂੰ ਤਾਂ ਤੂੰ ਤਾਂ ਬਾਪ ਆ ਸਾਡਾ, ਬਾਪ ਦੇ ਨਾਤੇ ਤੇਰੇ ਫਰਜ਼ ਹੈਗੇ, ਰਿਸਪੋਂਸੀਬਿਲਿਟੀਜ਼ ਹੈਗੀਆਂ। ਅਸੀਂ ਤੇਰੇ ਜੇ ਤੂੰ ਉੱਥੇ ਗਲਤ ਕੰਮ ਕਰਨਾ ਤਾਂ ਅਸੀਂ ਉਹਦੇ ਹਿੱਸੇਦਾਰ ਨਹੀਂ ਹੈਗੇ, ਉਹਦੀ ਰਿਸਪੋਂਸੀਬਿਲਿਟੀ ਤੇਰੇ 'ਤੇ ਹੈ। ਪਰ ਅਸੀਂ ਇਹੀ ਸੋਚਦੇ ਹਾਂ ਕਿ ਦੇਖੋ ਮੈਂ ਲੈ ਕੇ ਆਉਣਾ ਕਿਉਂਕਿ ਬੱਚੇ ਭੁੱਖੇ ਰਹਿ ਜਾਣਗੇ, ਆਹ ਕਰਨਗੇ, ਸੋ ਮੈਂ ਉਹ ਸਾਰਾ ਕੁਛ ਕਰਨ ਨੂੰ ਤਿਆਰ ਹੈਗਾ। ਪਰ ਜਿਹੜੀ ਅੰਦਰਲੀ ਭੁੱਖ ਹੈਗੀ ਹੈ, ਉਹ ਤਾਂ ਅਸੀਂ ਕੁਛ ਸੋਚ ਨਹੀਂ ਰਹੇ।
ਜਿਹੜੀ ਤੁਸੀਂ ਬਾਤ ਕਰ ਰਹੇ ਹੋ ਬਾਣੀ ਦੇ ਬਚਨ ਪੜ੍ਹਦੇ ਆ, ਬਹੁ ਪਰਪੰਚ ਕਰ ਪਰਤਨ ਲਿਆਵੈ, ਸੁਤ ਦਾਰਾ ਪਿਆਨ ਲੁਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ। ਅਖੀਰ ਤੈਨੂੰ ਨਵੇੜਾ ਤੇ ਦੇਣਾ ਪੈਣਾ ਇੱਥੇ। ਪਰ ਜਿਹੜੀ ਆਪਾਂ ਬਾਤ ਮੌਲਿਕ ਰੂਪ ਵਿੱਚ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਆਪਾਂ ਹੁਣ ਗੱਲ ਕੀਤੀ ਸੀ ਕਿ ਲਾਈਫ ਸਟਾਈਲ ਡਰੱਗਸ ਆ ਗਈਆਂ ਅੱਜ ਕੱਲ੍ਹ, ਲੋਕੀ ਕਹਿੰਦੇ ਕਿ ਲਾਈਫ ਸਟਾਈਲ ਡਰੱਗ ਹੈਗੀ ਇਸ ਰੂਪ ਦੇ ਵਿੱਚ ਕਿ ਚਲੋ ਇਟਸ ਓਕੇ ਐਕਚੁਅਲੀ ਇਫ ਯੂ ਫੀਲ ਬਰਨ ਆਊਟ ਯੂ ਕੈਨ ਹੈਵ ਲਿਟਲ ਬਿਟ this kind of substance that can actually create some sort of relaxation, ਮਾਈਂਡ ਰਿਲੈਕਸੇਸ਼ਨ ਹੋਏਗੀ ਸਾਰਾ ਕੁਝ। ਹਾਲਾਂਕਿ ਇਨਡੀਡ ਜਿਵੇਂ ਕਿ ਸਟੱਡੀ ਬਾਈ ਸਟੱਡੀ ਆ ਰਹੀ ਹੈ ਕਿ ਉਹ ਕਿੱਥੇ ਸਾਨੂੰ ਲੈ ਕੇ ਜਾ ਰਹੀ, ਪਰ ਇਹਦੇ ਹੋਰ ਜੇ ਪਿਛੋਕੜੇ ਚਲੇ ਜਾਈਏ ਤੇ ਉਹ ਹੈ ਕਿ ਇਹ ਰੇਸ ਬਿਨਾਂ ਸੋਚੇ ਸਮਝੇ ਪਕੜ ਲਈ, ਦੇਖਿਆ ਹੀ ਨਹੀਂ ਕਿ ਅਲਟੀਮੇਟਲੀ ਪਹੁੰਚਣਾ ਕਿੱਥੇ ਹੈ। ਹੁਣ ਟ੍ਰੈਡਮਿਲ ਤੇ ਭੱਜ ਰਿਹਾ ਮੈਂ, ਮਤਲਬ ਜਿਹਨੂੰ ਬਾਬਾ ਜੀ ਨੇ ਕਿਹਾ ਵੀ ਜਿਵੇਂ ਧਾਵਤ ਕੋ ਧਾਵੈ ਬਹੁ ਭਾਂਤ ਕਰ, ਵੀ ਜਿਵੇਂ ਕੋਲੂ ਦਾ ਬਲਦ ਆ, ਉਹਨੂੰ ਖੋਪੇ ਚੜ੍ਹਾ ਤੇ ਉਹਨੂੰ ਕੋਲੂ ਵਿੱਚ ਜੋ ਦਿੱਤਾ। ਉਹ ਸਵੇਰੇ ਤੁਰਿਆ, ਸ਼ਾਮ ਤੱਕ ਤੁਰਦਾ ਰਿਹਾ। ਉਹਨੇ ਕਿਹਾ ਅੱਜ ਤੇ ਬੜਾ ਤੁਰਿਆ, ਅੱਜ ਤੇ ਕਿਤੇ ਦੂਰ ਦੇਸ਼ ਚਲੇ ਗਏ ਹੋਵਾਂਗੇ। ਜਦੋਂ ਖੋਪੇ ਲਾਏ ਜਿੱਥੇ ਖੜਾ ਸੀਗਾ ਉੱਥੇ ਹੀ ਖੜਾ ਉਸ ਰੂਪ ਦੇ ਵਿੱਚ। ਅਲਟੀਮੇਟਲੀ ਸਾਰੀ ਰੇਸ ਲਗਾ ਕੇ ਬੰਦਾ ਜਿੱਥੋਂ ਸ਼ੁਰੂਆਤ ਕੀਤੀ ਕਿ ਫਿਰ ਉਸ ਤੋਂ ਵੀ ਲੋਅਰ ਲੈਵਲ ਤੇ ਐਂਡ ਹੋਇਆ, ਜਿਹਦੇ ਕਿ ਅਸੀਂ ਕਾਉਂਸਲਿੰਗ ਵਿੱਚ ਤੁਸੀਂ ਵੀ ਇਸ ਚੀਜ਼ ਨੂੰ ਵਿਟਨੈਸ ਕੀਤਾ, ਅਸੀਂ ਵੀ ਕਰਦੇ ਹਾਂ ਹਰ ਰੋਜ਼ ਕਿ ਬੰਦਾ ਗਿਆ, ਪੜ੍ਹਾਈ ਲਿਖਾਈ ਕੀਤੀ, ਲਾਅ ਸਕੂਲ ਗਿਆ, ਲਾਅ ਸਕੂਲ ਟੌਪ ਕੀਤਾ, ਆਪਣੀ ਪ੍ਰੈਕਟਿਸ ਸ਼ੁਰੂ ਕੀਤੀ, ਸਾਰਾ ਕੁਝ ਕਰਾ ਕੇ ਐਟ ਦਾ ਐਂਡ ਹੁਣ ਰੀਹੈਬ ਦੇ ਵਿੱਚ ਹੈ ਸਮਹਾਓ। ਹੁਣ ਮਤਲਬ ਇਸ ਰੂਪ ਵਿੱਚ ਜਿਵੇਂ ਮੈਂ ਤੁਹਾਨੂੰ ਐਗਜ਼ਾਮਪਲ ਆਪਾਂ ਡਿਸਕਸ ਕੀਤੀ ਸ਼ਾਇਦ ਉਹਦੇ ਵਿੱਚ ਕੇਸ ਡਿਸਕਸ਼ਨ ਦੇ ਵਿੱਚ ਕਿ ਉਹ ਮੇਰੇ ਕੋਲ ਬੱਚਾ ਆਇਆ, ਉਹਨੇ ਆ ਕੇ ਆਪਣੀ ਸਾਰੀ ਜਿਹੜੀ ਹੈਗੀ ਹੈ ਸਾਰਾ ਸਰਟੀਫਿਕੇਟ ਵਗੈਰਾ ਸਾਰੇ ਮੇਰੇ ਕੋਲ ਹੀ ਚੱਕ ਲਿਆ, ਫਾਈਲ ਰੱਖ ਦਿੱਤੀ ਸਾਹਮਣੇ ਤੇ ਆਈ ਵਾਜ਼ ਲੁਕਿੰਗ ਐਟ ਹਿਸ ਸਰਟੀਫਿਕੇਟਸ ਐਂਡ ਮਾਈ ਗੁੱਡਨੈਸ, ਟੌਪ ਦਾ ਨਾਰਥ ਅਮਰੀਕਾ ਦੇ ਲਾਅ ਸਕੂਲ ਦਾ ਟੌਪਰ ਆ, ਮਾਸਟਰਸ ਇਨ ਲਾਅ ਜਿਹੜੀ ਹੈਗੀ ਹੈ, ਲਾਅ ਸਕੂਲ ਬੀਇੰਗ ਏ ਪ੍ਰੋਫੈਸਰ ਉੱਥੇ ਪੜ੍ਹਾ ਰਿਹਾ ਅਸਿਸਟੈਂਟ ਪ੍ਰੋਫੈਸਰ ਦੇ ਤੌਰ ਤੇ। ਇੱਕ ਤੋਂ ਬਾਅਦ ਇੱਕ ਆਰਟੀਕਲਸ ਲਿਖੇ ਨੇ ਨਿਊਯਾਰਕ ਟਾਈਮਸ ਤੋਂ ਲੈ ਕੇ ਵਾਸ਼ਿੰਗਟਨ ਜਿਹੜਾ ਹੈਗਾ ਪੋਸਟ ਤੱਕ ਸਾਰਾ ਕੁਝ ਤੇ ਕਰਾ ਕੇ ਮੈਂ ਕਿਹਾ ਵੀ ਵਟ ਆਰ ਐਕਚੁਅਲੀ ਗ੍ਰੇਟ ਅਚੀਵਮੈਂਟਸ, ਤੇ ਕਹਿੰਦੇ ਸਾਰੀਆਂ ਲੈ ਲੈ ਐਂਡ ਵਟ ਯੂ ਵਾਂਟ ਇਨ ਰਿਟਰਨ ਮਾਈ ਲਾਈਫ। ਹਾਲਤ ਕੀ ਹੈ? ਹਾਲਤ ਇਹ ਹੈ ਵੀ ਕੋਕੇਨ ਐਡਿਕਟ ਹੈ। ਮਾੜਾ ਆ ਜਾ ਜੇ ਸੱਜੇ ਖੱਬੇ ਹੁੰਦਾ ਹੈ ਤੇ ਜਿਹੜਾ ਹੈਗਾ ਇੱਥੇ ਸਨੇਕ ਚੱਲਦੇ ਨੇ ਐਂਡ ਕ੍ਰੇਵਿੰਗ ਇਤਨੀ ਜ਼ੋਰ ਦੀ ਹੈ ਕਿ ਮਤਲਬ ਉਹ ਬਰਦਾਸ਼ਤ ਨਹੀਂ ਹੁੰਦੀ। ਵਿਡਰੋਲਸ ਇਸ ਕਿਸਮ ਦੇ ਹੁੰਦੇ ਕਿ ਮਤਲਬ ਬਰਦਾਸ਼ਤ ਤੋਂ ਬਾਹਰ ਨੇ। ਜੇ ਲੈਂਦਾ ਆ ਤੇ ਉਹਦੇ ਆਪਣੇ ਕਿਉਂਕਿ ਬਾਡੀ ਦੀ ਟੋਲਰੈਂਸ ਲੈਵਲ ਖਤਮ ਹੋ ਚੁੱਕਾ ਹੈ, ਉਹ ਮਤਲਬ ਇੰਟੋਲਰੈਂਸ ਹੋ ਗਈ ਉਸ ਸਾਈਡ ਤੋਂ, ਉਹ ਲੈ ਨਹੀਂ ਪਾ ਰਹੀ ਉਸ ਤਰੀਕੇ ਨਾਲ। ਅਜੀਬ ਹਾਲਤ ਹੈ ਸਾਰੇ। ਸੋ ਜਿਹੜੀ ਇਨਡੀਡ ਜਿਹੜੀ ਬਾਤ ਆਪਾਂ ਕਰ ਰਹੇ ਹੈਗੇ ਆ ਕਿ ਲਾਈਫ ਸਟਾਈਲ ਚੋਇਸਿਸ ਬਣਾ ਕੇ ਸਭ ਚੀਜ਼ਾਂ ਬਣਾ ਕੇ ਬੰਦਾ ਉੱਥੇ ਜਾ ਰਿਹਾ ਆ। ਸਮਹਾਓ ਜਿਹੜੀ ਮੈਂ ਗੱਲ ਸ਼ੁਰੂਆਤ ਵਿੱਚ ਕੀਤੀ ਸੀਗੀ ਕਿ ਅਸੀਂ ਦੋਨੋਂ ਚੀਜ਼ਾਂ ਤਸਵੀਰਾਂ ਨੂੰ ਸਾਹਮਣੇ ਦੇਖ ਰਹੇ ਹਾਂ। ਇੱਕ ਪਾਸੇ ਲੋਕੀ ਰੇਸ ਵਿੱਚ ਲੱਗੇ ਨੇ, ਇੱਕ ਪਾਸੇ ਲੋਕੀ ਰੇਸ ਤੋਂ ਥੱਕ ਕੇ ਅੱਕ ਕੇ ਫਿਰ ਦੁਬਾਰਾ ਗਰਾਊਂਡ ਜ਼ੀਰੋ ਤੇ ਆ ਰਹੇ ਨੇ। ਬਟ ਸਮਹਾਓ ਬੀਇੰਗ ਏ ਸੋਸਾਇਟੀ ਅਸੀਂ ਕਿੱਥੇ ਮਿਸ ਕਰ ਗਏ ਕਿ ਇਹ ਦੱਸਣਾ ਕਿ ਇਸ ਰੇਸ ਨੂੰ, ਜਿਵੇਂ ਬਾਬਾ ਨਾਨਕ ਜੀ ਨੇ ਕਿਹਾ ਸੀਗਾ ਰਾਜ ਜੋਗ ਤਿਨ ਮਾਣਿਓ ਭੱਟ ਜੀ ਕਹਿੰਦੇ, ਉਹਨੂੰ ਉਸ ਲੈਵਲ ਤੇ ਲਿਆਂਦਾ ਹੈ। ਵੇਅਰ ਆਰ ਵੀ ਮਿਸਿੰਗ ਦੈਟ ਥਿੰਗ ਦੈਟ ਵੀ ਆਰ ਨੋਟ ਏਬਲ ਟੂ ਕਨਵੇ ਦੈਮ। ਦਿਸ ਇਜ਼ ਦ ਰਿਐਲਿਟੀ। ਅਸੀਂ ਵੀਰ ਜੀ ਰਿਐਲਿਟੀ ਇਹ ਹੈਗੀ ਹੈ ਕਿ ਜਿਹੜਾ ਮਿਸਿੰਗ ਹੈ ਨਾ ਉਹ ਅਸੀਂ ਸੋਚ ਛੱਡ ਦਿੱਤੀ। ਅਸੀਂ ਸੋਚ ਛੱਡ ਕੇ ਅਸੀਂ ਵੀ ਇੱਕ ਤਰ੍ਹਾਂ ਕਹਿ ਲਓ ਇਮੋਸ਼ਨ ਕਹਿ ਲਓ, ਥੋਟ ਨੂੰ ਅਸੀਂ ਛੱਡ ਦਿੱਤਾ। ਅਸੀਂ ਇਮੋਸ਼ਨਲ ਲੈਵਲ 'ਤੇ ਉੱਥੇ ਚੱਲੀ ਜਾ ਰਹੇ ਹਾਂ, ਉਹ ਤੇਰੇ ਤੋਂ ਅੱਗੇ ਲੰਘ ਗਿਆ, ਉਹ ਤੇ ਨਹੀਂ ਤੂੰ ਤੋਂ ਅੱਗੇ ਲੰਘ, ਤੂੰ ਇੱਦਾਂ ਲੰਘ। ਇੰਟਰਸਟਿੰਗ ਜੋ ਤੁਸੀਂ ਗੱਲ ਕਰ ਰਹੇ ਸੀ, ਮੈਂ ਸੋਚਿਆ ਸੀਗਾ ਕਿ ਦ ਗ੍ਰੀਨ ਮੂਵਮੈਂਟ, ਇਕੋਲੋਜੀਕਲ ਇਨਵਾਇਰਮੈਂਟਲ ਮੂਵਮੈਂਟ ਜਿਹੜੀ ਆਈ ਹੈ, ਜਿਹੜੀ ਕਿ ਉਹਦੇ 'ਚ ਇੱਕ ਪੱਖ ਹੈਗਾ ਜਿਹੜਾ ਕਹਿੰਦਾ ਕਿ ਦੇਖੋ ਗਰੋਥ ਇਜ਼ ਨੋਟ ਦ ਆਨਸਰ, ਵੀ ਹੈਵ ਟੂ ਸਟਾਪ ਥਿੰਕਿੰਗ ਆਫ ਗਰੋਥ, ਵੀ ਦੈਟਸ ਨੋਟ ਦ ਆਨਸਰ। ਦ ਆਨਸਰ ਇਜ਼ ਆਪਣੇ ਕੋਲ ਸਾਰਾ ਕੁਝ ਹੈਗਾ, ਵੀ ਨੀਡ ਟੂ ਸੀ ਕਿ ਸਸਟੇਨੇਬਲ ਕਿੰਨਾ ਹੈਗਾ ਤੇ ਜਿਹੜਾ ਨਹੀਂ ਉਹ ਛੱਡ ਦਈਏ। ਪਰ ਉਹ ਸੋਚਣ ਲਈ ਵੀ ਉਹ ਦਿਮਾਗ ਦੀ ਲੋੜ ਹੈਗਾ ਜਿਹੜਾ ਸੋਚ ਲਿਆਉਣ ਲਈ ਤਿਆਰ ਆ। ਪਰ ਜਿੱਥੇ ਅਸੀਂ ਸੋਚਣਾ ਨਹੀਂ ਚਾਹੁੰਦੇ ਕਿਉਂਕਿ ਅਸੀਂ ਵੀ ਘੋਟਣਾ ਚਾਹੁੰਦੇ ਹਾਂ, ਵੀ ਉਹ ਘੋਟ ਕੇ ਨਾ ਦਿਮਾਗ 'ਚ ਪਾਈ ਜਾਂਦੇ ਵੀ ਨੂੰ ਆਹ ਪੜ੍ਹਨਾ, ਪਰ ਸੋਚਣਾ ਨਹੀਂ ਹੈਗਾ। ਕਿਉਂਕਿ ਜੇ ਸੋਚਣ ਬੈਠ ਕੇ ਤਾਂ ਸ਼ਾਇਦ ਅੱਗੇ ਪੜ੍ਹੀਏ ਨਾ, ਜੇ ਸੋਚਣ ਬੈਠ ਕੇ ਸ਼ਾਇਦ ਅੱਗੇ ਜਾਈਏ ਨਾ। ਮੈਨੂੰ ਇੱਕ ਬੱਚੇ ਦੀ ਕਹਾਣੀ ਯਾਦ ਆਉਂਦੀ ਹੈ, ਛੋਟਾ ਜਿਹਾ ਬੱਚਾ ਜਿਹੜਾ ਪੈਂਡੈਮਿਕ ਦੇ ਥਰੂ ਕਹਿੰਦਾ ਕਿ ਬਾਪੂ ਇੱਕ ਦਿਨ ਮੈਂ ਬੜਾ ਹੋਣਾ, ਮੈਂ ਪੜ੍ਹ ਲਿਖ ਜਾਣਾ, ਮੇਰਾ ਵਿਆਹ ਹੋਊਗਾ, ਫਿਰ ਮੈਂ ਫੈਮਿਲੀ ਹੋਊਗੀ ਮੇਰੀ, ਤੁਸੀਂ ਬੁੜੇ ਹੋ ਜਾਣਾ, ਮੈਂ ਤੁਹਾਡੀ ਲੁੱਕ ਆਫਟਰ ਕਰਨੀ ਹੈ।
ਇੱਕ ਦਿਨ ਫਿਰ ਮੈਂ ਬੁੜਾ ਹੋ ਜਾਣਾ, ਫਿਰ ਜ਼ਿੰਦਗੀ ਖਤਮ ਹੋ ਗਈ। ਗੱਲ ਹੈ ਕਿ ਬੜੀ ਡੂੰਘੀ ਸੋਚ ਹੈਗੀ ਆ। ਆਪਾਂ ਬਾਬਾ ਬੁੱਢਾ ਜੀ ਦੀ ਗੱਲ ਕਰਦੇ ਹਾਂ ਕਈ ਵਾਰੀ, ਤੇ ਗੁਰੂ ਸਾਹਿਬ ਨੇ ਬਾਬਾ ਬੁੱਢਾ ਜੀ ਕਿਸੇ ਕਾਰਨ ਕਿਹਾ ਸੀ ਉਹਨੂੰ, ਕਿਉਂਕਿ ਉਹਨੇ ਬਾਬਾ ਬੁੱਢਾ ਜੀ ਨੇ ਦੇਖਿਆ ਵੀ ਆਹ ਕੁਛ ਹੁੰਦਾ। ਸੋ ਜ਼ਿੰਦਗੀ ਦਾ ਮਕਸਦ ਕੀ ਹੈ? ਆਹ ਜਿਹੜਾ ਮਕਸਦ ਹੈ ਨਾ ਜ਼ਿੰਦਗੀ ਦਾ, ਵੀ ਹਾਂ ਤੂੰ ਆਇਓ ਕਿਹੜੇ ਕੰਮ, ਅਸੀਂ ਉਹ ਭੁੱਲ ਗਏ। ਅਸੀਂ ਸਟੇਟਸ 'ਤੇ ਫੋਕਸ ਕਰ ਲਿਆ। ਅਸੀਂ ਉਹ ਜਿਹੜੀ ਸੋਚ ਸਾਡੀ ਹੋਣੀ ਚਾਹੀਦੀ ਸੀ ਵੀ ਜੇ ਮੈਂ ਧਰਤੀ 'ਤੇ ਆਇਆ ਅਤੇ ਇੱਥੇ ਮੇਰੇ ਆਉਣ ਦੇ ਨਾਲ ਨੁਕਸਾਨ ਕੀ ਹੁੰਦਾ, ਲਾਭ ਕੀ ਹੁੰਦਾ, ਮੈਂ ਕੀ ਖੱਟਣਾ ਅਤੇ ਕੀ ਗਵਾਉਣਾ। ਅਸੀਂ ਉਹ ਇੱਕ ਤਰ੍ਹਾਂ ਦੇ ਪਰਿਵਾਰ ਦੇ ਵਿੱਚ ਛੱਡ ਦਿੱਤਾ, ਭੁੱਲ ਉਹਦੇ ਬਾਰੇ ਸੋਚਣਾ। ਗਾਹਾਂ ਸੁਸਾਇਟੀ ਸਾਨੂੰ ਕਹਿੰਦੀ ਹੈ ਕਿ ਨਹੀਂ ਨਹੀਂ, ਕਿਉਂਕਿ ਗੱਲ ਹੈ ਕਿ ਜੇ ਅਸੀਂ ਉਹ ਪ੍ਰੋਫਿਟ ਨਹੀਂ ਬਾਹਰ ਹੁੰਦਾ ਜਿਹੜਾ ਕਿ ਮਟੀਰੀਅਲ ਪ੍ਰੋਫਿਟ ਹੈਗਾ, ਤਾਂ ਸੁਸਾਇਟੀ ਨੂੰ ਇਹ ਡਰ ਹੈ ਕਿ ਕਲੈਪਸ ਹੋ ਜੂ। ਸੋ ਕਾਰਪੋਰੇਸ਼ਨ ਸਾਰੇ ਡਿਪੈਂਡ ਕਰਦੇ। ਆਪਾਂ ਵੀ ਫਰੇਜ਼ ਤੁਸੀਂ ਵੀ ਸੁਣਿਆ, ਰੀਟੇਲ ਥੈਰੇਪੀ ਕਹਿੰਦੇ ਨੇ, ਵੀ ਹੁਣ ਤਾਂ ਜੀ ਅਸੀਂ ਰੀਟੇਲ ਥੈਰੇਪੀ 'ਤੇ ਜਾ ਰਹੇ ਹਾਂ। ਉਹ ਜਿਹੜਾ ਕਿ ਬਾਹਰੋਂ ਕੰਫਰਟ ਲੈਣੀ ਨਾ, ਅੰਦਰੋਂ ਨਹੀਂ ਹੋ ਸਕਦੀ ਤਾਂ ਬਾਹਰੋਂ ਲੈ ਕੇ ਆਉਣਾ, ਉਹਦਾ ਮਤਲਬ ਕੁਛ ਨਹੀਂ ਹੈਗਾ। ਅਸੀਂ ਚਾਕਲੇਟ ਦੀ ਉਹ ਰਿਸਰਚ ਰੀਸੈਂਟਲੀ ਉਹਨਾਂ ਨੇ ਲਾਸਟ ਈਅਰ ਪੇਪਰ ਸੀਗਾ ਚਾਕਲੇਟ ਰਿਸਰਚ, ਵੀ ਅਸੀਂ ਕਿਉਂ ਖਾਂਦੇ ਹਾਂ ਕੰਫਰਟ ਫੂਡ, ਅਤੇ ਹੈਗਾ ਕੰਫਰਟ ਫੂਡ ਕਿਉਂਕਿ ਜਦੋਂ ਅਸੀਂ ਉੱਥੇ ਥੱਕ ਜਾਂਦੇ ਹਾਂ ਨਾ, ਇਹ ਸਾਨੂੰ ਥੋੜ੍ਹਾ ਜਿਹਾ ਐਡਰੇਨਾਲਿਨ ਵੀ ਦਿੰਦਾ ਅਤੇ ਗੁੱਡ ਫੀਲ ਫੈਕਟਰ ਹੁੰਦਾ, ਕਿਉਂਕਿ ਜਿਹੜੇ ਦਿਮਾਗ ਦੇ ਵਿੱਚ ਬ੍ਰੇਨ ਦੇ ਵਿੱਚ ਹੁੰਦੇ ਨੇ ਰਿਵਾਰਡ ਬੇਸਡ ਫੀਲਿੰਗ, ਹਾਂ, ਉਹ ਸਾਨੂੰ ਆ ਜਾਂਦੀ ਹੈ। ਅਸੀਂ ਥੋੜ੍ਹੀ ਦੇਰ ਲਈ ਖੁਸ਼ ਮਹਿਸੂਸ ਕਰਦੇ ਹਾਂ, ਪਰ ਉਹ ਖਾ ਕੇ ਉਸ ਤੋਂ ਬਾਅਦ ਅਸੀਂ ਕਹਿੰਦੇ ਹਾਂ ਗਿਲਟ। ਸੋ ਉਹ ਜਿਹੜਾ ਚੱਕਰ ਹੈਗਾ ਨਾ, ਅਤੇ ਇਟਸ ਐਨ ਇੰਟਰਸਟਿੰਗ ਕੌਨਸੈਪਟ ਜਿਹੜਾ ਕਿ ਜਿਹੜੇ ਪੁਰਾਣੇ ਧਰਮ ਨੇ, ਕਹਿ ਲਓ ਕ੍ਰਿਸਚੈਨਿਟੀ 'ਚ ਵੀ ਹੈਗਾ, ਸਨਾਤਨ ਧਰਮ 'ਚ ਵੀ ਹੈਗਾ, ਵੀ ਹਾਂ ਇਹ ਤੁਹਾਡੇ ਨਾਲ ਕਰਤੂਤਾਂ ਨੇ। ਅਸੀਂ ਗਿਲਟ ਵਿੱਚ ਜਾਂਦੇ ਹਾਂ, ਫਿਰ ਅਸੀਂ ਚੰਗਾ ਕਰਦੇ ਹਾਂ, ਫਿਰ ਅਸੀਂ ਫਿਰ ਗਿਲਟ ਵਿੱਚ ਜਾਂਦੇ ਹਾਂ। ਉਹ ਸਾਡਾ ਚੱਕਰ ਨਹੀਂ ਖਤਮ ਹੋ ਰਿਹਾ, ਜਿੱਥੇ ਕਿ ਹੋਣਾ ਚਾਹੀਦਾ ਸੀ ਕਿ ਅਸੀਂ ਸੋਚੀਏ ਕਿ ਮੈਂ ਇਹਦੀ ਲੋੜ ਕੀ ਪਈ ਮੈਨੂੰ ਇਸ ਵੇਲੇ। ਬੇਸਿਕਸ 'ਤੇ ਆ ਜਾਓ। ਇਸ ਤੋਂ ਪਹਿਲਾਂ ਜਦੋਂ ਤੁਸੀਂ ਬਾਬਾ ਬੁੱਢਾ ਜੀ ਦੀ ਗੱਲ ਕੀਤੀ ਕਿ ਬਿਫੋਰ ਆਈ ਗੋ ਦੇਅਰ, ਬਿਫੋਰ ਆਈ go through these all kind of, you can say, periods or all kind of stages in my life, let me think one time. ਮੈਨੂੰ ਇੱਕ ਵਾਰੀ ਉਹਦੇ ਬਾਰੇ ਸੋਚਣਾ ਤੇ ਚਾਹੀਦਾ, ਉਹਦੇ ਬਾਰੇ ਵਿਚਾਰਨਾ ਤੇ ਚਾਹੀਦਾ ਕਿ ਉਹਨਾਂ ਸਟੇਜਸ ਦੇ ਚੋਂ ਸਾਰੀਆਂ ਚੋਂ ਮੈਂ ਲੰਘਣਾ ਆ ਕਿ ਕੀ ਐਵੇਂ ਹੀ ਲੰਘਣਾ ਜਿਵੇਂ ਸਾਰੇ ਲੰਘ ਰਹੇ ਨੇ, ਜਾਂ ਮੈਂ ਕੁਝ ਡਿਫਰੈਂਟਲੀ ਲੰਘਣਾ ਹੈ। ਇਹ ਜਿਹੜਾ ਇੱਕ ਤਰੀਕੇ ਦੇ ਨਾਲ ਆਪਾਂ ਕਹਿੰਦੇ ਇੱਕ ਸਟੇਟਸ ਗੋ ਬਣ ਗਿਆ ਆ। ਮਤਲਬ ਆਪਾਂ ਇੱਥੇ ਗੱਲ ਕਰ ਰਹੇ ਹਾਂ, ਗੱਲ ਕਿਤੇ ਨਾ ਕਿਤੇ ਹੋਰ ਵੀ ਹੋ ਰਹੀ ਹੋਏਗੀ ਇਸ ਰੂਪ ਦੇ ਵਿੱਚ, ਪਰ ਸਮਹਾਓ ਇਹ ਸਾਈਕਲ ਬ੍ਰੇਕ ਨਹੀਂ ਹੋ ਰਿਹਾ, ਨਾ ਇੰਡੀਵਿਜੂਅਲਸ ਦਾ, ਨਾ ਫੈਮਲੀਜ਼ ਦਾ, ਤੇ ਸੋਸਾਇਟੀ ਦਾ ਤੇ ਹੋਣਾ ਹੀ ਕਿੱਥੋਂ ਹੈ। ਜਿਵੇਂ ਤੁਸੀਂ ਕਿਹਾ ਵੀ ਰੀਟੇਲ ਥੈਰੇਪੀ ਦੀ ਇੱਕ ਪ੍ਰੋਪਰ ਟਰਮ ਹੀ ਯੂਜ਼ ਕਰ ਲਈ ਉਹਨਾਂ ਨੇ, ਦੇ ਹੈਵ ਕ੍ਰੀਏਟਡ ਦਿਸ ਟਰਮਨੋਲੋਜੀ that yes that is acceptable। ਪਰ ਹੁਣ ਜਿਹੜੀ ਬਾਤ ਹੈ ਕਿ ਇੱਕ ਇੰਡੀਵਿਜੂਅਲ ਦੇ ਤੌਰ 'ਤੇ ਆਪਾਂ ਗੱਲ ਕਰੀਏ, where we can break this cycle। ਇੰਡੀਵਿਜੂਅਲ ਦੇ ਤੌਰ 'ਤੇ ਜੇ ਅਸੀਂ ਬਾਬਾ ਨਾਨਕ ਨੂੰ ਸੋਚੀਏ, ਉਹਨਾਂ ਬਾਰੇ ਸਮਝਣ ਦੀ ਕੋਸ਼ਿਸ਼ ਕਰੀਏ, ਬਾਬਾ ਨਾਨਕ ਤੋਂ ਲੈ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਤਾਂ ਉਹ ਸੀਗਾ ਕਿ ਤੂੰ ਜੇ ਚੁੱਪ ਰਹੇਗਾ ਤਾਂ ਵੀ ਤੂੰ ਕੁਛ ਕੰਟਰੀਬਿਊਟ ਕਰ ਰਿਹਾ, ਜੇ ਤੂੰ ਬੋਲੇਗਾ ਤਾਂ ਵੀ ਤੂੰ ਕੁਛ ਕੰਟਰੀਬਿਊਟ ਕਰ ਰਿਹਾ। ਤੇਰਾ ਇੱਥੇ ਪੈਦਾ ਹੋਣਾ ਹੀ ਕੰਟਰੀਬਿਊਸ਼ਨ ਹੈਗਾ। ਗੱਲ ਹੈ ਕਿ ਤੂੰ ਚੂਜ਼ ਕਰ ਤੂੰ ਕਿਵੇਂ ਕੰਟਰੀਬਿਊਟ ਕਰਨਾ ਚਾਹੁੰਦਾ। ਸੋ ਐਜ਼ ਐਨ ਇੰਡੀਵਿਜੂਅਲ ਤੁਸੀਂ ਜੇ ਆਵਾਜ਼ ਉਠਾਉਣੀ ਹੈ ਕਿਸੇ ਚੀਜ਼ ਬਾਰੇ, ਆਪਾਂ ਗ੍ਰੇਟਾ ਥੈਨਬਰਗ ਬਾਰੇ ਤੁਸੀਂ ਸੁਣਿਆ ਹੀ ਹੋਣਾ, ਵੀ ਛੋਟੀ ਜਿਹੀ ਲੜਕੀ 14 ਸਾਲ ਦੀ, ਆਟਿਸਟਿਕ ਡਾਇਗਨੋਸਿਸ ਹੈਗਾ, ਪਰ ਉਹਨੇ ਬੜਾ ਸੋਹਣਾ ਸਵਾਲ ਕੀਤਾ ਵੀ ਦੇਖੋ ਇਹ ਆਪਾਂ ਨੂੰ ਕਿੱਥੇ ਲੈ ਕੇ ਜਾ ਰਹੇ ਹਾਂ। ਆਪਾਂ ਅਸੀਂ ਬੱਚੇ ਹਾਂ, ਸਾਡੇ ਬਾਰੇ ਸੋਚੋ। ਫਿਰ ਬੱਚਿਆਂ ਨੂੰ ਕਿਹਾ ਕਿ ਦੇਖੋ ਇਹਨਾਂ ਨੇ ਤਾਂ ਆਪਣੇ ਬਾਰੇ ਸੋਚਣਾ ਨਹੀਂ, ਪਰ ਆਪਾਂ ਹੀ ਆਪਣੇ ਬਾਰੇ ਸੋਚਣਾ ਸ਼ੁਰੂ ਕਰੀਏ, ਆਪਾਂ ਕਿੱਥੇ ਜਾਣਾ ਚਾਹੁੰਦੇ ਹਾਂ। ਇਹ ਸਵਾਲ ਜਿਹੜਾ ਹੈਗਾ ਕਿ ਜੇ ਅਸੀਂ ਇੰਡੀਵਿਜੂਅਲ ਵੀ ਕਰਨਾ ਸ਼ੁਰੂ ਕਰੀਏ, ਅਤੇ ਫਿਰ ਗੁਰਦੁਆਰੇ 'ਚ ਸੰਗਤ ਹੋਵੇ, ਨਾ ਵੀ ਗੁਰਦੁਆਰੇ 'ਚ ਸੰਗਤ ਹੋਵੇ, ਤਾਂ ਜਿੱਥੇ ਸੰਗਤ ਹੋਵੇ, ਕਿਉਂਕਿ ਸੰਗਤ ਦਾ ਮਤਲਬ ਹੈ ਵਿਚਾਰ ਕਰਨਾ, ਚੰਗੇ ਵਿਚਾਰ ਕਰਨਾ। ਅਸੀਂ ਉੱਥੇ ਸੰਗਤ ਵਿੱਚ ਬੈਠ ਕੇ ਪੁੱਛੀਏ ਵੀ ਹਾਂ ਦੇਖੋ ਆਪਾਂ ਜਾ ਕਿੱਥੇ ਰਹੇ, ਵੀ ਆਖਰ ਤੁਸੀਂ ਵੀ ਆਹ ਕਰ ਲਿਆ, ਤੁਸੀਂ ਵੀ ਆਹ ਕਰ ਲਿਆ, ਪਰ ਹੁਣ ਆਪਾਂ ਜਾ ਕਿੱਥੇ ਰਹੇ, ਵੀ ਇਹਦਾ ਅੰਤ ਕੀ ਹੈ। ਅਤੇ ਉਹ ਅੰਤ ਲਈ ਅਸੀਂ ਫਿਰ ਸੋਚੀਏ। ਉਹ ਜਿਵੇਂ ਬਾਣੀ ਚਾਹੁੰਦਾ ਵੀ ਮਰਨਾ ਭੁੱਲ ਗਿਆ ਮੈਂ ਹਮੇਸ਼ਾ ਇਹ ਠੀਕ ਨਹੀਂ, ਖਾਣਾ ਪੀਣਾ ਹੱਸਣਾ ਸੋਣਾ ਵਿਸਰ ਗਿਆ ਹੈ ਮਰਨਾ। ਹਾਂ, ਸੋ ਵਿਸਰ ਗਿਆ ਮਰਨਾ, ਵੀ ਉਹ ਜਿਹੜੀ ਚੀਜ਼ ਸੀ, ਜਿਹੜੀ ਸੱਚਾਈ ਹੈਗੀ ਹੈ, ਅਸੀਂ ਸੱਚਾਈ ਤੋਂ ਡਰਦੇ ਲੁਕਦੇ ਇੱਕ ਝੂਠ ਨੂੰ ਫੜ ਲਿਆ, ਅਤੇ ਅਸੀਂ ਉਹਦੇ 'ਚ ਮਜ਼ਾ ਕਰਨ ਲੱਗ ਪਏ ਵੀ ਇਹ ਸੱਚ ਆ। ਦੇਖੋ ਦੂਜਾ ਫਰੇਜ਼ ਤੁਸੀਂ ਕਈ ਵਾਰ ਆਪਣੀ ਕਥਾ 'ਚ ਵੀ ਯੂਜ਼ ਕਰਦੇ ਹੋ, ਉਹ ਜਿਹੜਾ ਹੈਗਾ ਵੀ ਕਦ ਕਿਨਾ ਡਿੱਠਾ, ਵੀ ਅਸੀਂ ਇਹ ਜੱਗ ਮਿੱਠਾ ਅਗਲਾ ਕਿਨ ਡਿੱਠਾ। ਹਾਂ, ਵੀ ਉਹ ਗੱਲ ਹੈ ਕਿ ਹਾਂ ਅੱਜ ਹੈਗਾ ਕੱਲ੍ਹ ਨੂੰ, ਪਰ ਸਾਨੂੰ ਡਰ ਵੀ ਕੱਲ੍ਹ ਦਾ ਹੈਗਾ
ਤਾਂ ਹੀ ਅਸੀਂ ਸਾਰਾ ਕੁਝ ਅੱਜ ਕਰਨਾ ਚਾਹੁੰਦੇ ਹਾਂ। ਜੇ ਕੱਲ੍ਹ ਦਾ ਡਰ ਨਾ ਹੋਵੇ ਤਾਂ ਅਸੀਂ ਫਿਰ ਭੱਜੀਏ ਵੀ ਨਾ ਇੰਨਾ, ਫਿਰ ਵਿਸ਼ਵਾਸ ਕਰੀਏ ਪਿੱਟ ਸੋ ਕੇ ਕੱਲ ਕਿਨੇ ਵੇਖਿਆ ਅੱਜ ਜ਼ਰੂਰ ਡਰਨਾ ਕਾਦੇ ਵਾਸਤੇ। ਹਾਂ ਸੋ ਇਹ ਛੋਟੀ ਛੋਟੀ ਚੀਜ਼ਾਂ ਹੈਗੀਆਂ, ਪਰ ਜਿਹੜੀ ਇੰਡੀਵਿਜੂਅਲ ਲੈਵਲ ਤੇ ਅਸੀਂ ਕਰ ਸਕਦੇ ਹੋ ਹੈਗਾ ਕਿ ਜੇ ਇੱਕ ਬੰਦਾ ਵੀ ਰੁਕ ਜਾਵੇ ਤਾਂ ਹੋ ਸਕਦਾ ਉਹਦੇ ਪਿੱਛੇ ਹੋਰ ਵੀ ਰੁਕ ਜਾਣ। ਮੈਂ ਕਈ ਵਾਰੀ ਕਾਨਫਰੰਸਿਸ 'ਤੇ ਗਿਆ ਜਿੱਥੇ ਅਸੀਂ ਉਹ ਸ਼ੁਰੂਆਤ ਕਿਵੇਂ ਹੁੰਦੀ ਹੈ ਕਿ ਇੱਕ ਵੀ ਤੁਹਾਨੂੰ ਸਾਰੇ ਤੁਸੀਂ ਤੁਰਨ ਲੱਗ ਪੈਂਦੇ ਹੋ, ਫਿਰ ਕੋਈ ਇੱਧਰ ਨੂੰ ਤੁਰਦਾ ਕੋਈ ਇੱਧਰ ਨੂੰ ਤੁਰਦਾ, ਅਤੇ ਥੋੜ੍ਹੀ ਦੇਰ ਮਗਰੋਂ ਤੁਸੀਂ ਨੋਟਿਸ ਕਰਦੇ ਹੋ ਕਿ ਜਿਹੜਾ ਇੱਧਰ ਨੂੰ ਤੁਰਿਆ ਸੀ ਉਹਦੇ ਮਗਰ ਵੀ 4-5 ਬੰਦੇ ਲੱਗ ਗਏ, ਜਿਹੜਾ ਉੱਧਰ ਨੂੰ ਜਾ ਰਿਹਾ ਉਹਦੇ ਮਗਰ ਵੀ, ਜਿਹੜਾ ਇੱਧਰ ਨੂੰ। ਅਤੇ ਅਖੀਰ ਦੇ ਵਿੱਚ ਜਦੋਂ ਕਹਿੰਦੇ ਨੇ ਕਿ ਬੱਸ ਸਟਾਪ, ਤਾਂ ਤੁਸੀਂ ਨੋਟਿਸ ਕਰਦੇ ਹੋ ਕਿ ਸਾਰੇ ਬੰਦੇ ਆਲਮੋਸਟ 90% ਕਿਸੇ ਨਾ ਕਿਸੇ ਗਰੁੱਪ ਦੇ ਵਿੱਚ ਕਿਸੇ ਨਾ ਕਿਸੇ ਲਾਈਨ 'ਚ ਖੜ੍ਹੇ ਨੇ। ਜੇ ਉਹਨਾਂ ਨੂੰ ਪੁੱਛਿਆ ਜਾਵੇ, ਪੁੱਛਦੇ ਨੇ ਜਿਹੜਾ ਕਿ ਹੁੰਦਾ ਕਿ ਪੁੱਛਣਾ ਵੀ ਤੁਸੀਂ ਇੱਥੇ ਕਿਉਂ ਖੜ੍ਹੇ, ਕਹਿੰਦੇ ਪਤਾ ਨਹੀਂ ਪਰ ਸਾਨੂੰ ਚੰਗਾ ਲੱਗਿਆ ਕਿ ਇੱਧਰ ਨੂੰ ਜਾ ਰਿਹਾ ਸੀਗਾ ਸੋ ਅਸੀਂ ਇਹਦੇ ਨਾਲ ਚੱਲ। ਅਤੇ ਤੁਸੀਂ ਇੱਧਰ ਨੂੰ ਕਿਉਂ ਚੱਲੇ, ਸਾਨੂੰ ਚੰਗਾ ਲੱਗਿਆ ਕਿ ਇੱਧਰ ਨੂੰ ਜਾ ਰਿਹਾ ਸੀਗਾ, ਅਸੀਂ ਸੋਚਿਆ ਇਹਦੀ ਸੋਚ ਸਾਡੇ ਨਾਲ ਮਿਲਦੀ ਹੈ। ਬਸ ਉਹ ਮੂਵਮੈਂਟ ਕੁਛ ਨਹੀਂ ਹੈਗੀ। ਬਾਬਾ ਜੀ ਦੀ ਬਾਣੀ ਐਗਜ਼ੈਕਟਲੀ ਇਹ ਚੀਜ਼ ਨੂੰ ਬਿਆਨ ਕਰਦੀ, ਦੇਖਾ ਦੇਖੀ ਸਭ ਕਰੈ ਮਨ ਮੁਖ ਬੂਝ ਨਾ ਪਾਏ। ਦੇਖਾ ਦੇਖੀ ਇੱਕ ਨੇ ਦੇਖਿਆ, ਦੂਜੇ ਨੂੰ, ਦੂਜੇ ਨੇ ਤੀਜੇ ਨੂੰ, ਅਤੇ ਇਸ ਤਰੀਕੇ ਨਾਲ ਕਰਦਿਆਂ ਕਰਦਿਆਂ ਉਹੀ ਸਾਡਾ ਗਰੁੱਪ ਬਣ ਗਿਆ, ਉਹੀ ਸਾਡੀ ਆਈਡੈਂਟੀਟੀ ਬਣ ਗਈ, ਉਹੀ ਸਾਡੀ ਐਕਚੁਅਲੀ ਪੋਲੀਟੀਕਲ ਕੋਈ ਐਸੋਸੀਏਸ਼ਨ ਬਣ ਗਈ, ਉਹੀ ਸਾਡਾ ਇੱਕ ਜੀਵਨ ਦਾ ਏਮ ਗੋਲ ਬਣ ਗਿਆ, ਅਤੇ ਅਲਟੀਮੇਟਲੀ ਅਸੀਂ ਬਿਨਾਂ ਸੋਚੇ ਵਿਚਾਰੇ ਹੀ ਉਹਦਾ ਇੱਕ ਪਾਰਟ ਬਣ ਗਏ ਪੂਰੀ ਤਰ੍ਹਾਂ। ਇਹ ਥੋੜ੍ਹਾ ਬਿਲਕੁਲ ਉਹ ਜਿਹੜਾ ਕਹਿੰਦੇ ਵੀ ਉਹ ਐਨਾਲਿਸਿਸ ਕਹਿ ਲਓ ਵੀ ਉਹ ਜਿਹੜੀ ਅਸੀਂ ਜਿੱਥੇ ਵੀ ਇਨਵਿਜ਼ੀਬਲ ਕਿਉਂ ਹੋ ਗਏ ਇਹ ਗੁਣ, ਬਸ ਆਹ ਚੀਜ਼ ਤੋਂ ਹੋ ਗਈ ਕਿਉਂਕਿ ਅਸੀਂ ਬਿਨਾਂ ਦੇਖੇ ਉੱਥੇ ਜਾ ਪਹੁੰਚੇ। ਉਹ ਪਾਠ ਕਰਦੇ ਹਾਂ ਪਰ ਸੋਚਦੇ ਨਹੀਂ ਹੈਗੇ ਵੀ ਹਾਂ ਪਾਠ ਦਾ ਮਤਲਬ ਕੀ ਹੈ, ਬਾਣੀ ਦੇ ਸ਼ਬਦ ਨੇ ਜੋ, ਜੇ ਅਸੀਂ ਇੱਕ ਸ਼ਬਦ ਵੀ ਲੈ ਲਈਏ ਤਾਂ ਉਹਦੇ ਬਾਰੇ ਸੋਚੀਏ ਬੈਠ ਕੇ, ਤਾਂ ਉਹ ਰੁਕਾਵਟ ਉਹ ਜਿਹੜਾ ਬੈਠਣਾ ਹੀ ਹੈਗਾ ਉਹ ਇਨਫ ਮੂਵਮੈਂਟ ਕ੍ਰੀਏਟ ਕਰਦਾ ਕਿ ਹੋਰ ਵੀ ਤੁਹਾਡੇ ਨਾਲ ਆ ਕੇ ਬੈਠ ਜਾਣਗੇ ਸਿਰਫ ਉਸ ਸ਼ਬਦ ਲਈ। ਉਹ ਚੀਜ਼ ਹੈਗੀ ਹੈ ਕਿ ਕਿਤੇ ਨਾ ਕਿਤੇ ਸਾਨੂੰ ਇਹ ਕਰਨਾ ਪੈਣਾ ਕਿ ਅਸੀਂ ਸਟਾਪ ਲਾਈਏ। ਜਿਹੜੇ ਮਨਾਂ ਦੇ ਡਰ ਨੇ ਕਿ ਜੇ ਮੈਂ ਸਟਾਪ ਕਰ ਗਿਆ ਮੈਂ ਪਿੱਛੇ ਰਹਿ ਜਾਵਾਂਗਾ, ਇਸ ਨੂੰ ਕਿਵੇਂ ਕਾਊਂਟਰ ਕਰੇ ਬੰਦਾ? ਗੱਲ ਹੈ ਕਿ ਪਿੱਛੇ ਉੱਥੇ ਵੀ ਸੋਚ ਦੀ ਗੱਲ ਹੈ ਕਿ ਪਿੱਛੇ ਰਹਿਣਾ ਕਿਸ ਚੀਜ਼ ਤੋਂ ਆ, ਮੈਂ ਕਿਸ ਚੀਜ਼ ਨੂੰ ਅਪਣਾਉਣਾ ਚਾਹੁੰਦਾ। ਜੇ ਮੈਂ ਇੱਥੇ ਬੈਠਿਆ ਸੀਗਾ ਤਾਂ ਕਿਸ ਲਈ ਬੈਠਿਆ ਸੀਗਾ? ਜੇ ਮੈਂ ਬੈਠਿਆ ਹੈਗਾ ਗੁਣਾਂ ਨੂੰ ਅਪਣਾਉਣ ਲਈ ਤਾਂ ਉਹ ਗੁਣਾਂ ਵਾਸਤੇ ਇਹ ਸਮਾਂ ਠੀਕ ਹੈ, ਪਰ ਜੇ ਮੈਂ ਬੈਠਿਆ ਬਿਨਾਂ ਸੋਚ ਤੋਂ ਤਾਂ ਫਿਰ ਠੀਕ ਹੈ ਉਹ ਅੱਗੇ ਲੰਘ ਗਏ, ਪਰ ਕਮ ਸੇ ਕਮ ਮੈਂ ਬੈਠਦਾ ਗਿਆ। ਪਰ ਉਹ ਜਿਹੜੀ ਉਹ ਤੁਸੀਂ ਗੱਲ ਕਰਦੇ ਹੋ ਕਿ ਪਿੱਛੇ ਰਹਿਣਾ, ਇਹ ਬਹੁਤ ਬੜੀ ਗੱਲ ਹੈ ਸਾਡੇ ਲਈ। ਅਸੀਂ ਪਿੱਛੇ ਨਹੀਂ ਰਹਿਣਾ ਚਾਹੁੰਦੇ, ਸਪੈਸ਼ਲੀ ਪੰਜਾਬੀ ਕਲਚਰ ਦੇ ਵਿੱਚ ਤਾਂ ਇਹ ਹੈਗਾ ਨਾ ਕਿ ਜੇ ਚੋਰ ਵੀ ਜਾਂਦਾ ਸੀ ਚੋਰ ਤੋਂ ਵੀ ਅੱਗੇ ਲੰਘ ਜਾਣਾ। ਫੜਨਾ ਚੋਰ ਨੂੰ ਸੀਗਾ ਪਰ ਅਸੀਂ ਉਹ ਤੋਂ ਅੱਗੇ ਲੰਘੇ, ਉਸ ਤੋਂ ਅੱਗੇ ਲੰਘੇ ਕਿਉਂਕਿ ਉਹਦੇ ਨਾਲ ਅਸੀਂ ਕੰਪੀਟ ਕਰਨ ਲੱਗ ਗਏ। ਉਹਨੂੰ ਅਸੀਂ ਇਹ ਕਰਨ ਦੀ ਬਜਾਏ ਸਾਡਾ ਪਰਪਸ ਹੀ ਭੁੱਲ ਗਿਆ ਕਿ ਐਕਚੁਅਲੀ ਅਸੀਂ ਤਾਂ ਇਹਨੂੰ ਪੜ੍ਹਨ ਵਾਸਤੇ ਆਏ ਸੀ, ਨਾ ਕਿ ਇਸ ਨੂੰ ਇਹਦੇ ਨਾਲ ਕੰਪੀਟ ਕਰਨ ਵਾਸਤੇ ਆਏ ਸੀ। ਹਾਂ, ਸੋ ਆਹ ਜਿਹੜਾ ਹੈਗਾ ਪਿੱਛੇ ਰਹਿਣਾ ਬੜਾ ਮੁਸ਼ਕਿਲ ਹੈਗਾ ਕਿਉਂਕਿ ਫਿਰ ਸਾਰੇ ਸਾਡੇ ਕੋਲ ਉਂਗਲੀ ਵੀ ਕਰਦੇ ਨੇ, ਸਾਡੇ ਆਪਣੇ ਹੀ ਉਂਗਲੀ ਕਰਦੇ ਨੇ ਵੀ ਦੇਖੋ ਉਹ ਕਿੱਥੇ ਬਣ ਗਿਆ ਤੂੰ ਕਿੱਥੇ ਰਹਿ ਗਿਆ। ਜਿਹੜੀ ਬੜੀ ਗੱਲ ਆ ਵੀ ਐਜ਼ ਅ ਸਾਈਕੋਲੋਜਿਸਟ ਜਦੋਂ ਮੈਂ ਮਾਂ ਬਾਪ ਨੂੰ ਐਡਵਾਈਸ ਦਿੰਦਾ ਜਾਂ ਬੱਚਿਆਂ ਬਾਰੇ ਤਾਂ ਇਹ ਹੁੰਦਾ ਕਿ ਦੇਖੋ ਕਦੇ ਕੰਪੇਅਰ ਨਾ ਕਰੋ ਆਪਣੇ ਬੱਚੇ ਨੂੰ। ਇਹ ਨਾ ਕਹੋ ਕਿ ਹਾਂ ਉਹ ਦੇਖੋ ਉੱਥੇ ਲੈ ਗਿਆ। ਬੱਚਾ ਜਦੋਂ ਆਉਂਦਾ ਘਰੇ ਤਾਂ ਠੀਕ ਹੈ ਜੀ ਅੱਜ 6 ਨੰਬਰ ਆਏ ਨੇ 10 ਵਿੱਚੋਂ, ਤਾਂ ਉਹਨੂੰ ਕਹੋ ਬੇਟਾ ਵੀ 6 ਕਿਵੇਂ ਆ ਗਏ, ਤੂੰ 5 ਕਿਉਂ ਨਾ ਆਏ ਤੇਰੇ ਕੋਲ, ਕੱਲ੍ਹ ਨੂੰ 7 ਕਿਵੇਂ ਲਾਏਂਗਾ ਤੂੰ। ਹਾਂ, ਉੱਥੇ ਹੈਗਾ ਕਿ ਜੋ ਤੁਸੀਂ ਇੱਦਾਂ ਗੱਲ ਕਰੋਗੇ ਨਾ ਤਾਂ ਤੁਸੀਂ ਕਰੋਗੇ ਐਫਰਟ ਦੀ ਗੱਲ, ਤੁਸੀਂ ਕਰੋਗੇ ਪਰਸਵੀਅਰੈਂਸ ਦੀ ਗੱਲ, ਤੁਸੀਂ ਗੱਲ ਕਰੋਗੇ ਕਰੇਜ ਦੀ। ਜਿਹੜੀ ਦੂਜੀ ਗੱਲ ਹੈ ਤੁਸੀਂ ਕਹੋਗੇ ਜਿਹੜੀ ਹੈਗੀ ਅਸੈਪਟੈਂਸ ਦੀ ਗੱਲ। ਤੂੰ ਮੇਰਾ ਬੱਚਾ 6 ਆ ਗਏ, ਮੈਨੂੰ ਚੰਗੇ ਲੱਗੇ ਨੇ ਕਿ ਤੂੰ 6 ਲੈ ਆਇਆ, ਪਰ ਮੈਂ ਤਾਂ ਹੈਰਾਨ ਹੈ ਕਿ ਤੂੰ 5 ਤੋਂ ਕਿਵੇਂ ਟੱਪ ਗਿਆ, ਕੀ ਕੀਤਾ ਸੀ ਜਿਹੜਾ ਤੂੰ 6 ਤੇ ਪਹੁੰਚ ਗਿਆ। ਐਕਚੁਅਲੀ ਅਚੀਵਮੈਂਟ ਹੈ, ਪਰ ਅਚੀਵਮੈਂਟ ਦੇ ਵਿੱਚੋਂ ਗੁਣ ਰਿਫਲੈਕਟ ਹੋ ਰਿਹਾ। ਹਾਂਜੀ, ਜਿਹੜੀ ਚੀਜ਼ ਵਿਜ਼ੀਬਲ ਹੈ, ਵਿਜ਼ੀਬਲ ਦੇ ਵਿੱਚ ਇਨਵਿਜ਼ੀਬਲ ਜਿਹੜੀ ਚੀਜ਼ ਸੀ ਉਹ ਇਨਵਿਜ਼ੀਬਲ ਨਹੀਂ ਰਹਿ ਗਈ, ਬਲਕਿ ਉਸੇ ਵਿਜ਼ੀਬਲ ਨੇ ਉਹਨੂੰ ਵੀ ਵਿਜ਼ੀਬਲ ਕੀਤਾ। ਹਾਂ, both are coming together as we are talking about ਰਾਜ ਜੋਗ ਜਿਨ ਮਾਣਿਓ, ਵੀ ਇਹ ਦੋਨੋਂ ਇਕੱਠੇ ਆ ਗਏ। ਐਕਚੁਅਲੀ ਦੇਖਿਆ ਜਾਏ ਤੇ ਉਹ ਜੋਗ ਹੀ ਰਾਜ ਲੈ ਕੇ ਆ ਰਿਹਾ। ਜਿਹੜੀ ਉਹਦੀ ਕਹਿ ਲਓ ਕਿ ਆਪਣੇ ਆਪੇ ਨਾਲ ਇੱਕ ਸਟਰਗਲ ਆ, ਉਸਨੇ ਆਪਣੇ ਲੇਜ਼ੀ ਬਿਹੇਵੀਅਰ ਨੂੰ ਕਾਊਂਟਰ ਕੀਤਾ ਆ। ਉਹਦੇ ਵਿੱਚੋਂ ਹੁਣ ਕੀ ਹੈ ਕਿ ਹੁਣ ਉਦਮੀ ਹੋ ਗਿਆ ਆ, ਉਹ ਬੜਾ ਮਤਲਬ ਇੰਡਸਟਰੀਸਟ ਹੋ ਗਿਆ, ਉਹਦੇ 'ਚ ਇਹ ਚੀਜ਼ ਆ ਰਹੀ ਹੈ, ਉਹ ਐਫਰਟਫੁਲ ਹੋ ਗਿਆ। ਸੋ ਉਸ ਚੀਜ਼ ਨੂੰ ਅਸੀਂ ਨੋਟਿਸ ਕਰ ਰਹੇ ਹਾਂ, ਅਸੀਂ ਉਹਨੂੰ ਦਿਖਾ ਰਹੇ ਹਾਂ। ਹੁਣ ਉਹ ਸਿਰਫ ਨੰਬਰ ਨਹੀਂ ਦੇਖ ਰਿਹਾ, ਉਹ ਇਹ ਦੇਖ ਰਿਹਾ ਆ
ਕਿ ਉਦਮ ਕਮਾਲ ਦੀ ਚੀਜ਼ ਹੈ। ਉਦਮ ਬੰਦੇ ਦੀ ਟਰਾਂਸਫਰਮੇਸ਼ਨ ਕਰ ਦਿੰਦਾ ਹੈ। ਉਹਨੂੰ ਇਹ ਲੱਗ ਰਿਹਾ ਹੈ ਕਿ ਵਾਓ, ਜਿਹੜੀ ਇਹ ਜਿਹੜੀ ਪ੍ਰਾਪਤੀ ਵਾਲੀ ਚੀਜ਼ ਆ, ਇਹ ਮਤਲਬ ਜੀਵਨ ਦੇ ਵਿੱਚ ਖੁਸ਼ੀ ਲੈ ਕੇ ਆਉਂਦੀ ਹੈ। ਹੁਣ ਉਹਨੂੰ ਇਨਡੀਡ ਸਿਰਫ ਨੰਬਰ ਰੇਸ ਦੀ ਗੱਲ ਨਹੀਂ ਹੈ, ਉਹਦੀ ਪ੍ਰਾਪਤੀ ਐਕਚੁਅਲੀ ਉਹਦੀ ਇਨਰ ਫੁਲਫਿਲਮੈਂਟ ਦੇ ਨਾਲ ਵੀ ਜੁੜ ਰਹੀ ਹੈ। ਹੁਣ ਉਹਨੂੰ ਕਿਸੇ ਲਾਈਫਸਟਾਈਲ ਡਰਗ ਦੀ ਲੋੜ ਨਹੀਂ ਪੈਗੀ ਸ਼ਾਇਦ ਇੱਥੇ। ਹੁਣ ਲੱਗੇਗਾ ਕਿ ਐਕਚੁਅਲੀ ਜੇ ਮੈਂ ਇੰਨਾ ਕਰ ਗਿਆ ਨਾ, ਦੈਟਸ ਮੋਰ ਦੈਨ ਸਫੀਸ਼ੀਐਂਟ। ਤੁਸੀਂ ਦੇਖੋ ਇਹਦੇ ਨਾਲ ਜੇ ਤੁਸੀਂ ਹੋਰ ਜੁੜੋ ਤਾਂ ਜੇ ਉਹਨੇ ਦਰਵਾਜ਼ਾ ਥੋੜ੍ਹੀ ਲਈ ਫੜ ਲਿਆ, ਜੋ ਤੁਸੀਂ ਆਉਣ ਲੱਗੇ ਤੁਸੀਂ ਉੱਥੇ ਗੱਲ ਕਰ ਸਕਦੇ ਹੋ ਕਿ ਬੇਟਾ ਮੈਂ ਦੇਖਿਆ ਸੀ ਤੂੰ ਦਰਵਾਜ਼ਾ ਫੜਿਆ, ਮੈਂ ਸੋਚਿਆ ਕਿ ਤੂੰ ਬੜਾ ਦਇਆਵਾਨ ਆ, ਬੜਾ ਕਾਈਂਡ ਮੈਨ ਆ, ਤੂੰ ਬੜਾ ਕਾਈਂਡ ਬੱਚਾ, ਤੂੰ ਸਿਰਫ ਐਨਾ ਹੀ ਨਹੀਂ, ਮੈਂ ਸੋਚਿਆ ਕਿ ਤੂੰ ਦੂਜਿਆਂ ਬਾਰੇ ਵੀ ਸੋਚ ਸਕਦਾ, ਤੂੰ ਰਿਸਪੌਂਸਿਬਲ ਹੈਗਾ। ਹੁਣ ਦੇਖੋ ਗੁਣ ਜਿਹੜੇ ਇਨਵਿਜ਼ੀਬਲ ਸੀਗੇ ਵਿਜ਼ੀਬਲ ਹੋਣ ਲੱਗ ਪਏ, ਪਰ ਉਹਨਾਂ ਗੁਣਾਂ ਦੇ ਵਿੱਚ ਜਦੋਂ ਉਹ ਗਾਹਾਂ ਜਾਂਦਾ ਹੈਗਾ ਕਿ ਹਾਂ ਮੈਂ ਲਾਇਰ ਬਣ ਗਿਆ, ਤਾਂ ਪਹਿਲਾ ਗੁਣ ਜਿਹੜਾ ਆਉਂਦਾ ਕਿ ਹਾਂ ਮੈਂ ਦਇਆ ਸੀਗਾ, ਮੇਰਾ ਤਾਂ ਮੈਨੂੰ ਲੋਕੀ ਕਹਿੰਦੇ ਸੀ ਮੈਂ ਬੜਾ ਕਾਈਂਡ ਹੈਗਾ, ਸੋ ਹੁਣ ਮੈਂ ਲਾਅ ਦੇ ਵਿੱਚ ਵੀ ਦਇਆ ਦਿਖਾਉਣੀ ਹੈ, ਮੈਂ ਲੋਕਾਂ ਨਾਲ ਜੋ ਮਿਲਣਾ ਵਰਤਣਾ ਇੱਥੇ ਮੈਂ ਦਇਆ ਦਿਖਾਉਣੀ ਹੈ, ਕਿਉਂਕਿ ਇਹ ਮੇਰਾ ਰੂਪ ਹੈਗਾ। ਉਹ ਰੂਪ ਜਿਹੜਾ ਹੈਗਾ ਸਟੇਟਸ ਨਹੀਂ ਰਿਹਾ, ਉਹ ਰੂਪ ਗੁਣ ਬਣ ਗਏ, ਪਰ ਉਹ ਹੌਲੀ ਹੌਲੀ ਬਣਾਉਣੇ ਪੈਂਦੇ ਨੇ। ਔਰ ਉਹੀ ਇਹ ਸੀ ਜਿੱਥੇ ਆਪਾਂ ਕੁਐਸਚਨ ਪਹਿਲਾਂ ਕੀਤਾ ਸੀਗਾ ਲਾਸਟ ਐਪੀਸੋਡ ਦੇ ਵਿੱਚ, ਕਿ ਉਹ ਬੱਚਾ ਪੁੱਛਦਾ ਕਿ ਪਾਠ ਕਰਨ ਦਾ ਮਤਲਬ ਕੀ ਹੋਇਆ, ਇਹ ਕਦ ਵੀ ਕਰਦੇ ਹੋ। ਗੱਲ ਕਿ ਉਹ ਗੁਣ ਜਿਹੜੇ ਸੀਗੇ ਉਹ ਹੌਲੀ ਹੌਲੀ ਅਪਣਾਏ ਜਾ ਰਹੇ ਨੇ, ਤੇ ਬੰਦਾ ਉਹ ਗੁਣੀ ਹੋ ਗਿਆ। ਆਪਾਂ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਆਮ ਤੌਰ 'ਤੇ ਲੋਕ ਕਹਿੰਦੇ ਵੀ ਦੇਖੋ ਸ਼ਬਦ ਰੂਪ ਬਣ ਗਏ। ਗੱਲ ਹੈ ਕਿ ਉਹ ਜੋ ਸ਼ਬਦ ਦੇ ਵਿੱਚ ਜੋ ਉੱਥੇ ਸਾਕਾਰ ਅਸੀਂ ਦੇਖਦੇ ਹਾਂ, ਜੇ ਉੱਥੇ ਕੁਰਬਾਨੀ ਦੀ ਗੱਲ ਆਉਂਦੀ ਹੈ, ਜੇ ਉੱਥੇ ਦੁਨਿਆਵੀ ਗੱਲ ਆਉਂਦੀ ਹੈ, ਜੇ ਉੱਥੇ ਸੰਸਾਰਿਕ ਗੱਲ ਆਉਂਦੀ ਹੈ, ਤੇ ਉੱਥੇ ਆਉਂਦਾ ਸੈਕਰੀਫਾਈਸ ਦੀ ਗੱਲ ਆਉਂਦੀ ਹੈ, ਗੁਰੂ ਸਾਹਿਬ ਕਹਿੰਦੇ ਉੱਥੇ ਪੂਰੇ ਉਤਰੇ ਨੇ। ਡਰ ਨਹੀਂ ਹੈਗਾ, ਕੋਈ ਭੈ ਨਹੀਂ ਹੈਗਾ। ਆਪਾਂ ਮੂਲ ਮੰਤਰ ਪੜ੍ਹਦੇ ਹਾਂ, ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਪਰ ਅਸੀਂ ਡਰ ਦੇ ਵਿੱਚ ਫਸੇ ਪਏ ਹਾਂ। ਇੱਕ ਪਾਸੇ ਪੜ੍ਹ ਇਹ ਰਿਹਾ ਤੇ ਦੂਜੇ ਪਾਸੇ ਜੀ ਡਰ ਨੂੰ ਰਿਹਾ, ਦੋਨਾਂ ਚੀਜ਼ਾਂ ਨੂੰ। ਵੀਰ ਜੀ ਥੈਂਕ ਯੂ, ਰੀਅਲੀ ਐਪਰੀਸ਼ੀਏਟ ਤੁਹਾਡੀ ਪ੍ਰੈਜ਼ੈਂਸ ਸਾਡੇ ਵਾਸਤੇ। ਇੱਕ ਮਾਹੌਲ ਬਣਾਇਆ ਜਿਸ ਮਾਹੌਲ ਦੇ ਵਿੱਚੋਂ ਸਾਨੂੰ ਇਹ ਸਭ ਕੁਝ ਗੱਲ ਕਰਨ ਦਾ ਮੌਕਾ ਬਣਿਆ, ਸਿੱਖਣ ਦਾ ਮੌਕਾ ਬਣਿਆ। ਮੈਂ ਆਸ ਕਰਦਾ ਸਾਡੇ ਦੇਖਣ ਸੁਣਨ ਵਾਲਿਆਂ ਨੇ ਵੀ ਇਸ ਐਪੀਸੋਡ ਨੂੰ ਮਾਣਿਆ ਹੋਵੇਗਾ। ਤੁਹਾਡੀ ਫੀਡਬੈਕ ਸਾਡੇ ਲਈ ਬੜੀ ਜ਼ਰੂਰੀ ਹੈ, ਉਹ ਦੇਣੀ। ਪ੍ਰੋਗਰਾਮ ਦੇਖਣ ਵਾਸਤੇ ਧੰਨਵਾਦ। ਡੈਫੀਨਿਟਲੀ ਅਸੀਂ ਇਹਦੇ ਕੰਟੀਨਮ ਹੋਰ ਲੈ ਕੇ ਆਵਾਂਗੇ ਤੁਹਾਡੇ ਰੂਬਰੂ ਹੋਣ ਵਾਸਤੇ। ਅੱਜ ਵਾਸਤੇ ਸਮਾਂ ਸਮਾਪਤ ਆ। ਵੀਰ ਜੀ ਇਜਾਜ਼ਤ ਲਈਏ ਫਿਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।